ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਤੁਹਾਡੇ ਵਾਸਤੇ ਲੈ ਕੇ ਆਏ ਭਾਈ ਸਾਹਿਬ ਕਰੰਟ ਅਫੇਅਰ। ਇਹ ਕਰੰਟ ਅਫੇਅਰ ਆਪਣੇ ਹੈਗੇ 9 ਮਾਰਚ ਤੋਂ ਲੈ ਕੇ 12 ਮਾਰਚ ਤੱਕ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰ ਲੱਗ ਚੁੱਕੇ ਆ, ਠੀਕ ਹੈ ਜੀ। 4-4 5-5 ਦਿਨ ਦੀ ਇਕੱਠੀ ਵੀਡੀਓ ਮੈਂ ਮਰਜ ਕਰ ਦਿੰਦਾ ਹੁੰਦਾ ਇੱਕ ਵੀਡੀਓ ਦੇ ਵਿੱਚ। ਓਕੇ ਜੀ, ਸਾਰੇ ਕੈਂਡੀਡੇਟਾਂ ਨੇ ਵੀਡੀਓ ਲਾ ਦੇਣੀ ਹੈ, ਠੀਕ ਹੈ। ਬਾਕੀ ਇੱਕ ਗੱਲ ਹੋਰ ਦੱਸ, ਤੁਹਾਨੂੰ ਵੀਡੀਓ ਇੱਕ ਵਾਰੀ ਦੇਖ ਲਿਆ ਕਰੋ ਜੇ ਦੇਖਣੀ ਹੁੰਦੀ ਹੈ, ਕਿਉਂਕਿ ਤੂੰ ਕਈ ਵਾਰੀ ਕਈ ਚੀਜ਼ਾਂ ਇਹੋ ਹੁੰਦੀਆਂ ਜਿਨ੍ਹਾਂ ਦਾ ਪਤਾ ਲੱਗ ਜਾਂਦਾ ਹੁੰਦਾ, ਅਤੇ ਉਹਦੇ ਕਾਰਨ ਕੀ ਹੁੰਦਾ, ਪਤਾ ਲੱਗਣ ਕਰਕੇ ਤੁਹਾਨੂੰ ਗਿਆਨ ਹੋ ਜਾਂਦਾ ਚੀਜ਼ ਦਾ। ਵੈਸੇ ਤੁਸੀਂ ਇੱਕ ਵਾਰੀ ਵੀਡੀਓ ਦੇਖ ਲਿਆ ਕਰੋ, ਬਾਕੀ ਤੁਸੀਂ PDF ਤੋਂ ਰੀਡ ਕਰ ਲਿਆ ਕਰੋ, ਠੀਕ ਹੈ। ਬਾਹਲਾ ਡੀਪਲੀ ਜਾਣ ਦੀ ਲੋੜ ਨਹੀਂ ਹੁੰਦੀ ਕਰੰਟ ਅਫੇਅਰਾਂ ਦੇ ਵਿੱਚ ਆਪਾਂ ਨੂੰ, ਕਿਉਂਕਿ ਹਜੇ ਆਪਣੇ ਕੋਲ GK ਦੇ ਵੀ ਬਹੁਤ ਕੁਛ ਪਿਆ, ਮੈਥ ਪਿਆ, ਰੀਜ਼ਨਿੰਗ ਪਿਆ। ਜੇ ਆਪਾਂ ਵਿੱਚ ਬੱਚੇ ਦੇਖਿਆ ਮੈਂ ਕਰੰਟ ਅਫੇਅਰਾਂ 'ਤੇ ਸਾਰਾ ਜ਼ੋਰ ਲਾ ਦਿੰਦੇ ਆ, ਬਾਕੀ ਸਬਜੈਕਟਾਂ ਦੇ ਵਿੱਚੋਂ ਫੇਲ ਹੋ ਜਾਂਦੇ ਆ। ਉਹ ਕੰਮ ਨਹੀਂ। ਕਰੰਟ ਅਫੇਅਰ ਨੂੰ ਸਿਰਫ ਇੱਕ ਨੌਲੇਜ ਦੀ ਤਰ੍ਹਾਂ, ਜਿਵੇਂ ਆਪਾਂ ਖਬਰਾਂ ਪੜ੍ਹਦੇ ਹਾਂ ਉਸ ਤਰ੍ਹਾਂ ਕਰਨਾ ਤੁਸੀਂ, ਠੀਕ ਹੈ ਜੀ। ਸਮਝਦੇ ਹੋਗੇ ਗੱਲ ਮੈਂ ਕੀ ਕਹਿਣਾ ਚਾਹੁੰਦਾ, ਕਿ ਬਾਹਲੀ ਡੀਪਲੀ ਜਾਣ ਦੀ ਲੋੜ ਨਹੀਂ ਇਹਦੇ ਵਿੱਚ ਆਪਾਂ ਨੂੰ, ਠੀਕ ਹੈ। ਬਾਕੀ ਇੱਕ ਦੋ ਬੱਚੇ ਕਹਿੰਦੇ ਸਾਨੂੰ ਨਾਲ CM ਵੀ ਕਰਵਾ ਦਿਆ ਕਰੋ ਜੀ, ਨਾਲ ਸਾਨੂੰ ਗਵਰਨਰ ਵੀ ਦੱਸ ਦਿਆ ਕਰੋ, ਨਾਲ ਕੋਈ ਵੀ ਜਿਹੜੀ ਸੰਸਥਾ ਹੈਗੀ ਹੈ ਨਾ ਉਹਦਾ ਚੇਅਰਮੈਨ ਵੀ ਦੱਸ ਦਿਆ ਕਰੋ। ਉਹ ਬੱਚੋਂ ਮੈਂ ਫਿਲਹਾਲ ਨਹੀਂ ਦੱਸਦਾ। ਉਹ ਜਦੋਂ ਤੁਹਾਡਾ ਕੋਈ ਪੇਪਰ ਆਊਗਾ, ਚਾਹੇ ਤੁਹਾਡਾ FCA ਦਾ ਪੇਪਰ ਆਵੇ ਪਹਿਲਾਂ, ਚਾਹੇ ਤੁਹਾਡਾ ਪੰਜਾਬ ਪੁਲਿਸ ਦਾ ਪੇਪਰ ਆਵੇ, ਚਾਹੇ ਕਿਸੇ ਆਂਗਣਵਾੜੀ ਦਾ ਆਵੇ, ਜਾਂ ਕਿਸੇ ਹੋਰ ਡਿਪਾਰਟਮੈਂਟ ਦਾ ਪੇਪਰ ਆਵੇ, ਜਦੋਂ ਵੀ ਕੋਈ ਡਿਪਾਰਟਮੈਂਟ ਦਾ ਪੇਪਰ ਆਊਗਾ ਉਦੋਂ ਤੁਹਾਨੂੰ ਮੈਂ, ਜਿਵੇਂ ਆਪਣੀਆਂ ਸਾਰੀਆਂ ਬੈਂਕਾਂ ਹੋ ਗਈਆਂ ਉਹਨਾਂ ਦੇ ਚੇਅਰਮੈਨ, ਜਿਵੇਂ ਆਪਣੇ ਹੈੱਡਕੁਆਟਰ ਹੋ ਗਏ ਉਹਨਾਂ ਦੇ ਚੇਅਰਮੈਨ, ਉਹਨਾਂ ਦੇ ਐਸਟੈਬਲਿਸ਼ ਡੇ, ਠੀਕ ਹੈ, ਉਹਨਾਂ ਦੇ ਹੈੱਡਕੁਆਟਰ, ਉਹ ਸਾਰਾ ਕੁਛ ਮੌਕੇ 'ਤੇ ਦੱਸੂਗਾ। ਔਰ ਹੈੱਡਕੁਆਟਰ ਤੁਹਾਨੂੰ ਫਿਲਹਾਲ ਦੱਸ ਦੇਣਾ ਉਹਨੇ ਚੇਅਰਮੈਨ, ਕਿਉਂਕਿ ਚੇਅਰਮੈਨ ਬਦਲਦੇ ਰਹਿੰਦੇ ਆ। ਜਿਵੇਂ ਤੁਹਾਨੂੰ ਹੁਣ ਦੱਸਤਾ ਚੇਅਰਮੈਨ, ਤੁਹਾਡੇ ਕਈ ਵਾਰੀ ਉਹੀ ਚੇਅਰਮੈਨ ਯਾਦ ਰਹਿ ਜਾਂਦਾ ਹੁੰਦਾ ਹੈ ਨਾ, ਪੇਪਰ ਵਿੱਚ ਜਾ ਕੇ ਉਹਨਾਂ ਨੇ ਇੱਕ ਪੁਰਾਣੇ ਚੇਅਰਮੈਨ ਦੀ ਆਪਸ਼ਨ ਵੀ ਦਿੱਤੀ ਹੁੰਦੀ ਹੈ, ਤਾਂ ਫਿਰ ਉੱਥੇ ਤੁਹਾਡਾ ਗਲਤ ਹੋ ਜਾਊਗਾ। ਤਾਂ ਕਰਕੇ ਤੁਹਾਨੂੰ ਮੈਂ ਸਿਰਫ ਮੌਕੇ 'ਤੇ ਹੀ ਪੇਪਰ ਦੇ ਦੱਸੂਗਾ ਕਿ ਕਿਹੜਾ ਚੇਅਰਮੈਨ ਕਿੱਥੋਂ ਦਾ ਲੱਗਿਆ ਹੋਇਆ, ਕਿਉਂਕਿ ਬਦਲ ਜਾਂਦੇ ਆ ਫਿਰ, ਅਤੇ ਬਦਲਦੇ ਰਹਿੰਦੇ ਹੁੰਦੇ, ਅਤੇ ਫਿਰ ਔਖਾ ਹੋ ਜਾਂਦਾ ਪੇਪਰ 'ਚ ਜਾ ਕੇ, ਠੀਕ ਹੈ ਜੀ। ਹੁਣ ਆਪਾਂ ਕਰਦੇ ਹਾਂ ਪਹਿਲੇ ਕਰੰਟ ਅਫੇਅਰ 'ਤੇ ਸ਼ੁਰੂ ਆਪਣਾ ਲੈਕਚਰ। ਚਲੋ ਜੀ, ਸਭ ਤੋਂ ਪਹਿਲਾਂ ਪ੍ਰਸ਼ਨ ਕੀ ਹੈ, ਕਹਿੰਦੇ ਅੰਤਰਰਾਸ਼ਟਰੀ ਮਹਿਲਾ ਦਿਵਸ। ਅੰਤਰਰਾਸ਼ਟਰੀ ਮਹਿਲਾ ਦਿਵਸ, ਇੱਕ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਬੱਚਿਓ, ਆਹ ਪ੍ਰਸ਼ਨ ਪੇਪਰ ਦੇ ਵਿੱਚ ਲਿਖ ਕੇ ਲੈ ਲਓ, ਲਿਖ ਕੇ ਦੇਣ ਨੂੰ ਤਿਆਰ ਹਾਂ। ਪ੍ਰਸ਼ਨ ਤੁਹਾਨੂੰ FCA ਦੇ ਵਿੱਚ, ਪੰਜਾਬ ਪੁਲਿਸ ਦਾ, ਪੰਜਾਬ ਦਾ ਕੋਈ ਵੀ ਪੇਪਰ ਹੋਊ ਉਹਦੇ ਵਿੱਚ ਤੁਹਾਨੂੰ ਹਰੇਕ 'ਚ ਮਿਲ ਸਕਦਾ ਪ੍ਰਸ਼ਨ, ਠੀਕ ਹੈ ਜੀ। ਬਹੁਤ ਵਾਰੀ ਕਰਵਾ ਕੇ ਗਿਆ ਹੋਇਆ। ਰੀਸੈਂਟਲੀ ਔਨ ਵਿਚ ਡੇਟ ਇੰਟਰਨੈਸ਼ਨਲ ਵੂਮੈਨ ਡੇ ਹੈਜ਼ ਬੀਨ ਸੈਲੀਬਰੇਟ। ਕਿਸ ਦਿਨ ਮਨਾਇਆ ਜਾਂਦਾ ਇੰਟਰਨੈਸ਼ਨਲ ਵੂਮੈਨ ਡੇ, ਠੀਕ ਹੈ ਜੀ। ਇਹ ਮਨਾਇਆ ਜਾਂਦਾ ਬੱਚਿਓ 8 ਮਾਰਚ ਨੂੰ। ਤਾਂ ਥੀਮ ਜ਼ਰੂਰ ਯਾਦ ਰੱਖਣਾ, ਥੀਮ ਤੋਂ ਡਾਇਰੈਕਟ ਪ੍ਰਸ਼ਨ ਆ ਜਾਂਦਾ ਹੁੰਦਾ ਕਿ ਥੀਮ ਕੀ ਹੈਗਾ ਇੰਟਰਨੈਸ਼ਨਲ ਵੂਮੈਨ ਡੇ ਦਾ। ਥੀਮ ਹੈਗਾ ਜੈਂਡਰ ਇਕੁਐਲਿਟੀ ਟੂਡੇ ਫੋਰ ਏ ਸਸਟੇਨੇਬਲ ਟਮਾਰੋ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ, ਤੁਹਾਨੂੰ ਦੱਸਿਆ ਕਿ ਬਾਹਰ ਡੀਪਲੀ ਨਹੀਂ ਜਾਂਦੇ ਆਪਾਂ। 2041 ਜਲਵਾਯੂ ਅੰਟਾਰਕਟਿਕਾ ਅਭਿਆਨ ਦੇ ਵਿੱਚ ਭਾਰਤ ਨੂੰ ਕੌਣ ਪ੍ਰਤੀਨਿਧ ਕਰੇਗਾ, ਠੀਕ ਹੈ ਜੀ। ਰੀਸੈਂਟਲੀ ਹੂ ਹੈਜ਼ ਬੀਨ ਸਿਲੈਕਟਡ ਟੂ ਰਿਪਰੈਜ਼ੈਂਟ ਇੰਡੀਆ 2041 ਕਲਾਈਮੇਟ ਫੋਰਸ ਅੰਟਾਰਕਟਿਕਾ ਐਕਸਪੈਡੀਸ਼ਨ, ਠੀਕ ਹੈ ਜੀ। ਕੌਣ ਕਰੂਗਾ ਬੱਚੋ, ਆਹ ਚੀਜ਼ ਮਨਾਈ ਜਾਊਗੀ ਆਪਣੇ, ਠੀਕ ਹੈ ਜੀ। ਇਹਨੂੰ ਭਾਰਤ ਦੇ ਵਿੱਚ ਰਿਪਰੈਜ਼ੈਂਟ ਕੌਣ ਕਰੂਗਾ, 3 ਆਪਸ਼ਨ ਤੁਹਾਡੇ ਸਾਹਮਣੇ ਹੈ। ਤਾਂ ਇਹ ਹੈਗਾ ਆਪਣਾ B ਨੰਬਰ ਆਪਸ਼ਨ, ਅਰੂਸ਼ੀ ਵਰਮਾ, ਠੀਕ ਹੈ। ਜਿਹੜਾ 2041 ਕਲਾਈਮੇਟ ਫੋਰਸ ਅੰਟਾਰਕਟਿਕਾ ਹੈਗਾ, ਇਹਨੂੰ ਕੀ ਕਰੂਗੇ ਆਪਣੇ ਇੱਥੇ ਕਰਨਗੇ, ਪ੍ਰਤੀਨਿਧ ਕਰਨਗੇ, ਹੋਸਟ ਕਰਨਗੇ, ਠੀਕ ਹੈ ਜੀ। ਸਾਊਥ ਪੋਲ 'ਤੇ ਕੀ ਆਪਣਾ, ਸਾਊਥ ਪੋਲ 'ਤੇ ਅੰਟਾਰਕਟਿਕਾ ਹੈ, ਅਤੇ ਨਾਰਥ ਪੋਲ 'ਤੇ ਆਪਣਾ ਹੈਗਾ ਆਰਕਟਿਕ ਰੀਜਨ, ਠੀਕ ਹੈ ਜੀ। ਰੀਸੈਂਟਲੀ ਵਿਚ ਸਟੇਟ ਹੈਜ਼ ਟੋਪ, ਹੁਣੀ ਇੱਕ ਸਟੇਟ ਆਪਣੀ ਇੰਡੀਆ ਜਿਹੜੀ ਟੋਪ 'ਤੇ ਆਈ ਹੈ ਗਰੋਥ ਰੇਟ ਦੇ ਵਿੱਚ, ਪਰ ਕੈਪਟਾ ਗਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਪ੍ਰਤੀ ਵਿਅਕਤੀ ਸ਼ਕਲ ਰਾਜ ਘਰੇਲੂ ਉਤਪਾਦ ਵਿੱਚ ਕਿਹੜਾ ਰਾਜ ਸਭ ਤੋਂ ਵੱਧ ਉੱਪਰ ਹੈ। ਸੋ ਤੋਂ ਪ੍ਰਸ਼ਨ ਪੁੱਛਿਆ ਜਾਊਗਾ, ਆਹ ਚੀਜ਼ ਪਾਈ ਜਾਊਗੀ ਪੇਪਰ ਦੇ ਵਿੱਚ ਤਾਂ ਉੱਥੋਂ, ਕਿ ਗਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਪਰ ਕੈਪਟਾ ਦੇ ਵਿੱਚ ਕਿਹੜੀ ਸਟੇਟ ਨੇ ਟੌਪ ਕੀਤਾ ਹੈਗਾ, ਠੀਕ ਹੈ ਜੀ। ਤਾਂ 4 ਆਪਸ਼ਨ, 3 ਆਪਸ਼ਨ ਤੁਹਾਡੇ ਸਾਹਮਣੇ, ਤਾਂ ਇਹ ਕੀਤਾ ਬੱਚੋ ਤੇਲੰਗਾਨਾ ਨੇ, ਠੀਕ ਹੈ ਬੱਚੋ। ਬਸ ਸਿੱਧੀ ਡਾਇਰੈਕਟ ਯਾਦ ਕਰ ਲਓ। ਅਤੇ ਇਹ ਜਿਹੜੀ ਤੇਲੰਗਾਨਾ ਹੋ ਗਈ, ਇਹਦੀਆਂ ਜਿਹੜਾ ਤੁਹਾਡੇ ਮੁੱਖ ਮੰਤਰੀ ਹੋ ਗਏ, ਇਹਦੀ ਰਾਜਧਾਨੀ ਹੋ ਗਈ, ਠੀਕ ਹੈ। ਇਹ ਤੁਹਾਨੂੰ ਮੈਂ ਅਲੱਗ ਤੋਂ ਕਰਵਾਊਂਗਾ, ਗਵਰਨਰ ਅਤੇ ਮੁੱਖ ਮੰਤਰੀ, ਠੀਕ ਹੈ, ਇਹ ਅਲੱਗ ਤੋਂ ਕਰਵਾਵਾਂਗੇ। ਕਿਹੜੇ ਦੇਸ਼ ਨੇ, ਜਿਸ ਨੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ ਵਿੱਚ ਸਭ ਤੋਂ ਜ਼ਿਆਦਾ ਪਦਕ ਜਾਂ ਮੈਡਲ ਜਿੱਤੇ ਹਨ ਨਿਸ਼ਾਨੇਬਾਜ਼ੀ ਦੇ ਵਿੱਚ। ਰੀਸੈਂਟਲੀ ਵਿਚ ਕੰਟਰੀ ਟੋਪ ਟੂ ਹੈਵ ਮੈਕਸੀਮਮ ਮੈਡਲ ਇਨ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨ, ਠੀਕ ਹੈ, ISSF। ਤਾਂ ਇਹ ਬੱਚੋਂ ਲੈਤੇ ਹੈਗੇ ਆਪਣੇ ਨੇ ਇੰਡੀਆ ਨੇ, ਠੀਕ ਹੈ ਜੀ। ISSF ਦੇ ਵਿੱਚ ਇੱਕ ਚੀਜ਼ ਮਿਸ ਹੋ ਗਈ, ਠੀਕ ਹੈ ਬੱਚੋ, ਕਿਉਂਕਿ ਇਹ ਨਿਸ਼ਾਨੇਬਾਜ਼ੀ ਨਾਲ ਸੰਬੰਧਿਤ ਚੀਜ਼ ਹੈਗੀ।
ਤਾਂ ਇਹ ਤੁਸੀਂ ਸਾਰੇ ਬੱਚਿਆਂ ਨੇ ਯਾਦ ਕਰ ਲੈਣੀ ਹੈਗੀ, ਕਿਉਂਕਿ ਨਿਸ਼ਾਨੇਬਾਜ਼ੀ ਤੋਂ ਨਾ ਆਪਣੇ ਬਹੁਤ ਜ਼ਿਆਦਾ ਪ੍ਰਸ਼ਨ ਪੁੱਛੇ ਜਾਂਦੇ ਹੁੰਦੇ ਪੇਪਰ ਦੇ ਵਿੱਚ। ਅੱਜ ਤੱਕ ਤਾਂ ਇਹ ਚੀਜ਼ ਹੋਈ ਨਹੀਂ ਕਿ ਕਿਤੇ ਕੋਈ ਪ੍ਰਸ਼ਨ ਨਾ ਪੁੱਛਿਆ ਗਿਆ ਹੋਵੇ। ਪਿਛਲੀ ਵਾਰ ਵੀ 10 ਮੀਟਰ ਰਾਈਫਲ ਨੂੰ ਲੈ ਕੇ ਅਤੇ 11 ਮੀਟਰ ਰਾਈਫਲ ਨੂੰ ਲੈ ਕੇ ਪ੍ਰਸ਼ਨ ਜ਼ਰੂਰ ਪੁੱਛੇ ਗਏ ਸੀ। ਠੀਕ ਹੈ ਜੀ। ਇੱਥੇ ਸ਼ੂਟਿੰਗ ਹੋਣਾ ਸੀ ਬੱਚੋ ਆਪਣਾ, ਸ਼ੂਟਿੰਗ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਇੰਡੀਆ। ਇਨ ਵਿੱਚ ਸਿਟੀ ਮਾਈਕਰੋਸੋਫਟ ਬਿੱਲ ਸੈਟਅਪ ਇੰਡੀਆ ਜੀ ਲਾਰਜੈਸਟ ਡਾਟਾ ਸੈਂਟਰ। ਕਹਿੰਦੇ ਮਾਈਕਰੋਸੋਫਟ ਆ ਜਿਹਦਾ ਕੌਣ ਆ, ਸਤਿਆ ਨਡੇਲਾ। ਠੀਕ ਹੈ। ਅਤੇ ਹਾਂ, ਅਤੇ ਇਹਨੇ ਸਭ ਤੋਂ ਵੱਡਾ ਮਾਈਕਰੋਸੋਫਟ ਕੰਪਨੀ ਨੇ ਕਿਸ ਸ਼ਹਿਰ ਵਿੱਚ ਸਭ ਤੋਂ ਵੱਡਾ ਡਾਟਾ ਸੈਂਟਰ ਸਥਾਪਿਤ ਕੀਤਾ ਗਾ? ਇਹ 3 ਆਪਸ਼ਨ ਤੁਹਾਡੇ ਸਾਹਮਣੇ। ਤਾਂ ਇਹ ਕੀਤਾ ਬੱਚਿਓ ਹੈਦਰਾਬਾਦ ਦੇ ਵਿੱਚ ਮਾਈਕਰੋਸੋਫਟ ਜਿਹੜੀ ਕੰਪਨੀ ਹੈ ਉਹਨੇ ਸਭ ਤੋਂ ਵੱਡਾ ਉਹਦਾ ਡਾਟਾ ਸੈਂਟਰ ਲਾਂਚ ਕਰਤਾ ਕਿ ਜੇ ਇੱਥੋਂ ਤੁਸੀਂ ਕੋਈ ਚੀਜ਼ ਲੈਣੀ ਹੈ ਜਾਂ ਕੋਈ ਤੁਸੀਂ ਕੁਝ ਵੀ ਖਰੀਦਣਾ ਗਾ ਉਹ ਤੁਹਾਨੂੰ ਮਤਲਬ ਠੇਕੇ 'ਤੇ ਵੀ ਮਿਲ ਸਕਦਾ ਇੱਥੋਂ। ਇਸ ਤੋਂ ਬਾਅਦ ਅਗਲਾ ਰੀਸੈਂਟਲੀ ਵਿੱਚ ਬੈਂਕਿੰਗ ਇੰਸਟੀਟਿਊਟ ਇਸ ਸੈਲੀਬ੍ਰੇਟ ਡਿਜੀਟਲ ਪੇਮੈਂਟ ਅਵੇਅਰਨੈਸ ਵੀਕ 1 ਤੋਂ ਲੈ ਕੇ 7 ਮਾਰਚ ਤੱਕ। ਡਿਜੀਟਲ ਭੁਗਤਾਨ ਜਾਗਰੂਕਤਾ ਸਪਤਾਹ ਕਿਸ ਨੇ ਮਨਾਇਆ ਹੈ? ਦੇਖੋ ਬੱਚੋ ਕਿਹੜੀ ਬੈਂਕ ਇਹਨਾਂ ਦੇ ਵਿੱਚੋਂ ਜਿਹੜਾ ਡਿਜੀਟਲ ਪੇਮੈਂਟ ਅਵੇਅਰਨੈਸ ਵੀਕ। ਦੇਖੋ ਹੁਣ ਤੁਸੀਂ ਜਦੋਂ ਵੀ ਆਪਾਂ ਕੋਈ ਪੇਮੈਂਟ ਕਰਦੇ ਹਾਂ ਜਾਂ ਤੁਸੀਂ ਕਰਦੇ ਹੋ ਹੈ ਨਾ, ਆਪਾਂ ਪੇਮੈਂਟ ਆਪਾਂ ਕਿਸੇ ਨੂੰ ਪੇਟੀਐਮ ਕਰਤਾ, ਕਿਸੇ ਨੂੰ ਗੂਗਲ ਪੇ ਕਰਤਾ, ਉਹ ਸਾਰੇ ਆਪਣੇ ਡਿਜੀਟਲ ਪੇਮੈਂਟ ਦੇ ਵਿੱਚ ਆ ਜਾਂਦੀਆਂ। ਅਤੇ ਇਹਦਾ ਅਵੇਅਰਨੈਸ ਡੇ ਮਨਾਇਆ ਗਿਆ ਹੈਗਾ। ਤਾਂ ਕਿਹਨੇ ਮਨਾਇਆ ਗਿਆ? 7 ਤੋਂ ਲੈ ਕੇ 11 ਮਾਰਚ 2022 ਤੱਕ ਮਨਾਇਆ ਗਿਆ ਹੈਗਾ। ਤਾਂ ਇਹ ਮਨਾਇਆ ਬੱਚੋ ਆਪਣੇ RBI ਨੇ, ਰਿਜ਼ਰਵ ਬੈਂਕ ਆਫ ਇੰਡੀਆ। ਥੀਮ ਕੀ ਹੈ ਇਹਦਾ? ਆਊਟਰੀਚ ਐਂਡ ਐਬਿਲਿਟੀ ਆਫ ਡਿਜੀਟਲ ਪੇਮੈਂਟ। RBI ਦੀ ਸਥਾਪਨਾ ਕਦੋਂ ਹੋਈ ਸੀ ਬੱਚੋ? RBI ਦੀ ਸਥਾਪਨਾ ਹੋਈ ਸੀ ਆਪਣੀ 1935 ਦੇ ਵਿੱਚ। ਹੈੱਡਕੁਆਟਰ ਕਿੱਥੇ? ਮੁੰਬਈ ਦੇ ਵਿੱਚ। SBI ਦੀ 1995 ਦੇ ਵਿੱਚ ਹੋਈ ਸੀ ਸਟੈਬਲਿਸ਼। ਅਤੇ ਮਾਧਵੀਪੁਰੀ ਇਹਦੀ ਚੇਅਰਮੈਨ ਹੈ, ਪਹਿਲੀ ਔਰਤ ਹੈ ਜਿਹੜੀ ਚੇਅਰਮੈਨ ਹੈ। ਨਹੀਂ ਪਹਿਲੀ ਔਰਤ ਨਹੀਂ ਹੈਗੀ, ਉਹ ਚੇਅਰਮੈਨ ਹੈ। ਸੇਬੀ 1992 ਦੇ ਵਿੱਚ ਬਣਿਆ ਸੀ। ਨਵਾਰਡ 1982 ਦੇ ਵਿੱਚ ਬਣਿਆ ਸੀ। ਠੀਕ ਹੈ ਜੀ, ਇਹ ਚੀਜ਼ ਯਾਦ ਕਰ ਲਿਓ। ਰੀਸੈਂਟਲੀ ਭਾਰਤੀ ਏਅਰਟੈਲ ਹੈਜ਼ ਪਾਰਟਨਰ ਵਿਦ ਵਿਚ ਬੈਂਕ ਟੂ ਇਸ਼ੂ ਕੋ ਬ੍ਰਾਂਡਡ ਕ੍ਰੈਡਿਟ ਕਾਰਡ। ਕ੍ਰੈਡਿਟ ਬੈਂਕ। ਠੀਕ ਹੈ, ਕ੍ਰੈਡਿਟ ਬੈਂਕ। ਹੁਣ ਥੱਲੇ ਪੜ੍ਹਦੇ ਹਾਂ, ਇਹਦਾ ਮਤਲਬ ਤੁਹਾਨੂੰ ਸਿੱਧੀ ਸਮਝਾ ਦਿੰਦਾ। ਹੁਣੇ ਹੀ ਭਾਰਤੀ ਏਅਰਟੈਲ ਹੈ ਜਿਹੜਾ, ਠੀਕ ਹੈ, ਉਹਨੇ ਪਾਰਟਨਰਸ਼ਿਪ ਕੀਤੀ ਹੈ ਬੱਚਿਓ। ਕਿਹੜੀ ਬੈਂਕ ਨਾਲ ਪਾਰਟਨਰ ਕੀਤੀ ਹੈ? ਕਿਹੜੀ ਇਸ਼ੂ ਨੂੰ ਲੈ ਕੇ? ਕੋ ਬ੍ਰਾਂਡਡ ਕ੍ਰੈਡਿਟ ਬੈਂਕ ਨੂੰ ਲੈ ਕੇ। ਤਾਂ ਇਹ ਕੀਤੀ ਹੈ ਬੱਚਿਓ ਨੇ ਐਕਸਿਸ ਬੈਂਕ ਦੇ ਨਾਲ। ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਚੱਲਦਾ ਆਪਣੇ ਕੋਲ ਪ੍ਰਸ਼ਨ। ਕਹਿੰਦੇ IRCTC ਇਹ ਰੇਲਵੇ ਨਾਲ ਸੰਬੰਧਿਤ ਹੈ। ਠੀਕ ਹੈ, ਰੇਲਵੇ ਨਾਲ ਸੰਬੰਧਿਤ ਹੈ। ਰੀਸੈਂਟਲੀ IRCTC ਹੈਜ਼ ਨੇ ਪਾਰਟਨਰ ਵਿਦ ਵਿਚ ਕੰਪਨੀ। ਕਹਿੰਦੇ IRCTC ਨੇ ਕਿਹਨੂੰ ਆਪਣਾ ਪਾਰਟਨਰ ਬਣਾਇਆ? ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਇੱਕ ਆਫਰ ਦਿੱਤਾ ਗਾ ਡਿਜੀਟਲ ਟਿਕਟਿੰਗ ਸਰਵਿਸ। ਕਹਿੰਦਾ ਮਤਲਬ ਕਿ ਹੁਣ ਆਪਾਂ ਡਿਜੀਟਲ ਟਿਕਟਾਂ ਕਟਵਾ ਸਕਦੇ ਹਾਂ, ਆਪਣੇ ਇੱਕ ਮਸ਼ੀਨ 'ਚ ਲਾ ਦੇਣਗੇ, ਉਹਦੇ ਵਿੱਚ ਆਪਾਂ ਡਾਇਰੈਕਟ ਕਰ ਸਕਦੇ ਹਾਂ। ਤਾਂ ਇਹ ਕਿਹਦੇ ਨਾਲ ਕੀਤਾ ਭਾਈ? IRCTC ਨੇ ਇਹ ਕੀਤਾ ਸਮਝੌਤਾ ਪੇਟੀਐਮ ਨਾਲ। ਠੀਕ ਹੈ। ਇਸ ਤੋਂ ਬਾਅਦ ਅੱਗੇ ਚੱਲਦੇ ਹੁਣ ਆਪਾਂ। ਰੀਸੈਂਟਲੀ ਐਟ ਵਿੱਚ ਪਲੇਸ ਇੰਡੀਆ ਐਂਡ ਸ਼੍ਰੀਲੰਕਾ ਬਾਈਲੈਟਰਲ ਮੈਰੀਟਾਈਮ ਐਕਸਚੇਂਜ ਸਲੀਨਿਕਸ ਇਜ਼ ਬੀਇੰਗ ਹੈਲਡ। ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਇੱਕ ਸਮੁੰਦਰੀ ਅਭਿਆਸ ਹੁੰਦਾ ਸਲੀਨਿਕਸ। ਇਹ ਕਿਸ ਥਾਂ 'ਤੇ ਆਯੋਜਿਤ ਕੀਤਾ ਗਿਆ ਹੈਗਾ? ਤਾਂ ਇਹ ਆਯੋਜਿਤ ਕੀਤਾ ਗਿਆ ਬੱਚੋ ਵਿਸ਼ਾਖਾਪਟਨਮ। ਸਨਿਕਸ ਕਿਹਦੇ ਵਿਚਾਲੇ ਹੁੰਦੀ ਹੈ? ਸ਼੍ਰੀਲੰਕਾ ਅਤੇ ਇੰਡੀਆ ਦੇ ਵਿਚਾਲੇ ਹੁੰਦੀ ਹੈ। ਇੱਕ ਨੇਵਲ ਐਕਸਰਸਾਈਜ਼ ਹੈ। 9ਵਾਂ ਐਡੀਸ਼ਨ ਹੋਇਆ ਇਸ ਵਾਰ ਆਪਣਾ। INC ਕਿਰਚ ਵੱਲੋਂ ਭਾਰਤ ਨੇ ਭਾਗ ਲਿੱਤਾ। ਜਹਾਜ਼ ਆ ਭਾਰਤ ਦਾ ਇਹ। ਰੀਸੈਂਟਲੀ ਵਿੱਚ ਜੀ ਸਪੈਸ਼ਲ ਇੰਟਰਪ੍ਰੀਨਰਸ਼ਿਪ ਪ੍ਰਮੋਸ਼ਨ ਡਰਾਈਵ ਫੋਰ ਵੂਮੈਨ ਹੈਜ਼ ਬੀਨ ਲਾਂਚਡ ਬਾਏ MSME ਮਿਨਿਸਟਰੀ। MSME ਨੇ ਔਰਤਾਂ ਲਈ ਕਿਹੜੇ ਵਿਸ਼ੇਸ਼ ਅਭਿਆਨ ਸ਼ੁਰੂ ਕੀਤੇ ਹੈ? ਔਰਤਾਂ ਵਾਸਤੇ ਕੀਤੇ ਹੈ। ਠੀਕ ਹੈ ਜੀ, ਇਹ ਸਪੈਸ਼ਲ ਇੰਟਰਪ੍ਰੀਨਰਸ਼ਿਪ ਪ੍ਰਮੋਸ਼ਨ ਡਰਾਈਵ। ਠੀਕ ਹੈ ਜੀ, ਵੂਮੈਨਾਂ ਵਾਸਤੇ ਕਿਹੜੀ MSME ਮਿਨਿਸਟਰੀ ਲਾਂਚ ਕੀਤਾ ਗਾ। ਕੀ ਪ੍ਰੋਗਰਾਮ ਦਾ ਨਾਮ ਹੈ ਇਹਦਾ? ਇਹਦਾ ਨਾਮ ਹੈਗਾ ਬੱਚੋ A ਨੰਬਰ ਆਪਸ਼ਨ ਸਮਰਥ। ਮਾਰਕੀਟਿੰਗ ਦੇ ਵਿੱਚ ਕੰਮ ਕਰਨ ਲਈ। ਇਹਦੇ ਵਿੱਚ ਮਾਰਕੀਟਿੰਗ ਦੇ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਜਿਵੇਂ ਕੋਈ ਆਪਦੇ ਕਿਸੇ ਵਿੱਚ ਕੋਈ ਕਲਾ ਹੁੰਦੀ ਹੈ, ਕਿਸੇ ਕੱਪੜੇ ਬਣਾਉਣ ਦੀ ਕਲਾ ਹੁੰਦੀ ਹੈ, ਕਿਸੇ ਵਿੱਚ ਕੋਈ ਕਲਾ ਹੁੰਦੀ ਹੈ। ਠੀਕ ਹੈ ਜੀ, ਉਹ ਸਾਰੀ ਕਲਾ ਦੇ ਅਨੁਸਾਰ ਕੋਈ ਵੀ ਮਤਲਬ ਔਰਤ ਆਪਣੀਆਂ ਚੀਜ਼ ਬਣਾ ਕੇ ਮਾਰਕੀਟ ਦੇ ਵਿੱਚ ਵੇਚ ਸਕਦੀ ਹੈ, ਉਹਦੇ ਹਿਸਾਬ 'ਤੇ ਟ੍ਰੇਨਿੰਗ ਦਿੱਤੀ ਜਾਊਗੀ। ਹੁਣ ਇਸ ਤੋਂ ਬਾਅਦ ਅਗਲੇ 'ਤੇ ਚੱਲਦੇ ਆਪਾਂ। ਅਗਲੇ ਵਿੱਚ ਰੀਸੈਂਟਲੀ ਇਨ ਵਿੱਚ ਸਿਟੀ PM ਨਰਿੰਦਰ ਮੋਦੀ ਅਨਵੀਲਡ ਦਾ ਸਟੈਚੂ ਆਫ ਛਤਰਪਤੀ ਸ਼ਿਵਾਜੀ ਮਹਾਰਾਜ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਿਸ ਸ਼ਹਿਰ ਦੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਦਾ ਬੁੱਤ ਬਣਾਇਆ ਗਿਆ ਹੈਗਾ? ਤਾਂ ਇਹ ਬਣਾਇਆ ਗਿਆ ਬੱਚੋ ਪੂਨੇ ਬਣਾਇਆ ਗਿਆ ਹੈਗਾ। ਠੀਕ ਹੈ। ਰੀਸੈਂਟਲੀ ਹੂ ਬੀਕੌਮ 3rd
ਵੂਮੈਨ ਗ੍ਰੈਂਡ ਮਾਸਟਰ ਆਫ ਇੰਡੀਆ। ਠੀਕ ਹੈ ਜੀ, 23ਵਾਂ ਹੋਇਆ ਆਪਣਾ ਵੂਮੈਨ ਗ੍ਰੈਂਡ ਮਾਸਟਰ ਇੰਡੀਆ ਦਾ ਹੋਇਆ। ਉਹਦੇ ਵਿੱਚ ਕੌਣ ਜਿੱਤੀ ਹੈ? ਤਾਂ ਉਹ 'ਚ ਜਿੱਤੀ ਆਪਣੀ ਏ ਨੰਬਰ ਆਪਸ਼ਨ। ਠੀਕ ਹੈ, PDF 'ਤੇ ਯਾਦ ਕਰ ਲਓ ਸਾਰਾ ਕੁਛ। ਇਹ 47ਵਾਂ ਐਡੀਸ਼ਨ ਹੋਇਆ ਇਸ ਵਾਰ ਆਪਣਾ। ਰੀਸੈਂਟਲੀ NMDC ਗੌਟ ਫਸਟ ਪ੍ਰਾਈਜ਼ ਇਨ ਇਸਪਾਤ ਰਾਜਭਾਸ਼ਾ ਅਵਾਰਡ ਫਰੋਮ 2018 ਤੇ 19 ਐਂਡ ਇਸਪਾਤ ਰਾਜ ਸਭਾ ਪ੍ਰੇਰਨਾ ਅਵਾਰਡ ਫਰੋਮ 2019 ਤੋਂ 2020 ਹੈਲਡ ਵਿੱਚ ਸਪੇਸ। NMDC ਇਹ ਕੰਪਨੀ ਹੈ ਨੂੰ ਇਸਪਾਤ ਰਾਜਭਾਸ਼ਾ ਪੁਰਸਕਾਰ ਅਤੇ ਇਸਪਾਤ ਰਾਜਭਾਸ਼ਾ ਪ੍ਰੇਰਨਾ ਪੁਰਸਕਾਰ ਵਿੱਚ ਇਹਨਾਂ ਨੂੰ ਕਿਹੜੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈਗਾ? ਤਾਂ ਇਹ ਸਨਮਾਨਿਤ ਕੀਤਾ ਗਿਆ ਪੁਰਸਕਾਰਾਂ ਨਾਲ। ਆ 2 ਪੁਰਸਕਾਰਾਂ ਦੇ ਨਾਮ ਹੈਗੇ, ਇਸਪਾਤ ਰਾਜਭਾਸ਼ਾ ਅਵਾਰਡ ਅਤੇ ਇਸਪਾਤ ਰਾਜ ਸਭਾ ਪ੍ਰੇਰਨਾ ਅਵਾਰਡ। ਇਹ 2 ਅਵਾਰਡ ਦਿੱਤੇ ਗਏ ਆ। 19-20 ਦਾ ਦਿੱਤਾ ਗਿਆ ਹੈਗਾ ਅਤੇ 18-19 ਦਾ। ਇਹ ਕਿਹਨੂੰ ਦਿੱਤਾ ਗਿਆ? ਇਹ MSDC ਨੂੰ ਦਿੱਤਾ ਗਿਆ ਹੈਗਾ। ਇਹ ਕਿੱਥੇ ਦਿੱਤਾ ਗਿਆ ਹੈਗਾ? ਤਾਂ ਇਹ ਦਿੱਤਾ ਗਿਆ ਆਪਣਾ C ਨੰਬਰ ਆਪਸ਼ਨ ਮਦਰੋਆਏ। ਹੁਣ ਤੁਹਾਨੂੰ ਪ੍ਰਸ਼ਨ ਇਹ ਵੀ ਪੁੱਛ ਸਕਦਾ ਕਿ ਆ ਦੋਨੇ ਅਵਾਰਡ ਕਿਹੜੀ ਕੰਪਨੀ ਨੂੰ ਦਿੱਤੇ ਗਏ? ਤਾਂ ਉੱਥੇ ਤੁਸੀਂ NMDC ਵੀ ਯਾਦ ਰੱਖਣਾ। ਆਪਰੇਸ਼ਨ ਡਿਪੈਂਡ ਕਰਦਾ ਪੁੱਛਣ ਵਾਲੇ 'ਤੇ ਕਿ ਉਹ ਕੀ ਚੀਜ਼ ਪੁੱਛ ਕੇ ਤੁਹਾਨੂੰ ਉਲਝਾਉਣਾ ਚਾਹੁੰਦਾ ਗਾ। ਠੀਕ ਹੈ ਜੀ, ਇਹ ਲੋਹੇ ਦਾ ਉਤਪਾਦਨ ਕਰਦੀ ਹੈ ਕੰਪਨੀ। ਠੀਕ ਹੈ ਬੱਚਿਓ, ਅਤੇ ਮਿਨਿਸਟਰੀ ਆਫ ਸਟੀਲ ਕਿਹਦੇ ਅੰਡਰ ਹੈ? ਕੌਣ ਆ ਚੇਅਰਮੈਨ ਇਹਦਾ? ਰਾਜ ਚੰਦਰ ਪ੍ਰਸਾਦ। ਰੀਸੈਂਟਲੀ ਹੂ ਹੈਜ਼ ਬੀਕਮ ਦਾ ਪ੍ਰੈਜ਼ੀਡੈਂਟ ਆਫ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਫਟ ਬਾਰੇ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਗਏ ਆਪਾਂ। ਫਟ ਦਾ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈਗਾ? ਇਹ ਕੀਤਾ ਗਿਆ ਭਾਈ T ਰਾਜਾ ਕੁਮਾਰ। ਰੀਸੈਂਟਲੀ ਵਿੱਚ ਸਿਟੀ ਇੰਡੀਆ ਗਲੋਬਲ ਫਾਰਮ ਐਨੂਅਲ ਸਮਿਟ ਹੈਜ਼ ਬੀਨ ਹੈਲਡ। ਜਿੱਥੇ ਵੀ ਐਨੂਅਲ ਆ ਗਿਆ ਉਹ ਕਹਿੰਦਾ ਸਾਲ ਦਾ ਮਤਲਬ। ਜਿਹੜੀ ਮੀਟਿੰਗ ਹੋਈ ਹੈ, ਕਿਹੜੀ ਮੀਟਿੰਗ ਹੋਈ ਹੈਗੀ ਆਪਣੀ? ਨੈਸ਼ਨਲ ਗਲੋਬਲ ਫਾਰਮ ਐਨੂਅਲ ਸਮਿਟ। ਇੰਨੀ ਇਹ ਮੀਟਿੰਗ ਕਿਹੜੇ ਸ਼ਹਿਰ ਦੇ ਵਿੱਚ ਹੋਈ ਹੈਗੀ? ਤਾਂ ਇਹ ਹੋਈ ਹੈ ਬੱਚੋ ਆਪਣੇ B ਨੰਬਰ ਆਪਸ਼ਨ ਬੈਂਗਲੌਰ ਦੇ ਵਿੱਚ। ਰੀਸੈਂਟਲੀ ਇਨ ਵਿਚ ਸਿਟੀ ਯੂਨਾਈਟਿਡ ਨੇਸ਼ਨਲ ਇਨਵਾਇਰਮੈਂਟ ਅਸੈਂਬਲੀ ਹੈਜ਼ ਬੀਨ ਹੈਲਡ। ਸੰਯੁਕਤ ਰਾਸ਼ਟਰੀ ਵਾਤਾਵਰਨ ਸਭਾ ਦਾ ਆਯੋਜਿਤ ਕਿਸ ਸ਼ਹਿਰ ਦੇ ਵਿੱਚ ਕੀਤਾ ਗਿਆ ਹੈਗਾ? ਰੀਸੈਂਟਲੀ ਇਨ ਵਿਚ ਸਿਟੀ ਯੂਨਾਈਟਿਡ ਨੇਸ਼ਨਲ ਇਨਵਾਇਰਮੈਂਟ ਅਸੈਂਬਲੀ ਹੈਜ਼ ਬੀਨ ਹੈਲਡ। ਠੀਕ ਹੈ ਜੀ, ਵਾਤਾਵਰਨ ਨੂੰ ਲੈ ਕੇ ਇਹ ਯੂਨਾਈਟਿਡ ਨੇਸ਼ਨ ਵੱਲੋਂ ਇੱਕ ਅਸੈਂਬਲੀ ਬਣਾਈ ਗਈ ਸੀ। ਤਾਂ ਇਹਦਾ ਉਦਘਾਟਨ ਕਿੱਥੇ ਕੀਤਾ ਗਿਆ ਹੈਗਾ? A ਨੰਬਰ ਆਪਸ਼ਨ ਨਰੋਬੀ ਦੇ ਵਿੱਚ। ਰੀਸੈਂਟਲੀ ਵਿੱਚ ਸਟੇਟ ਗਵਰਨਮੈਂਟ ਲਾਂਚ ਅੰਮਾ ਯੋਜਨਾ ਐਂਡ ਵਾਹਿਨੀ ਸਕੀਮ। ਇਹ ਕਿਸ ਸਰਕਾਰ ਨੇ ਸ਼ੁਰੂ ਕੀਤੀ ਹੈ? ਤਾਂ ਇਹ ਕੀਤੀ ਹੈ ਬੱਚੋ ਆਪਣੀ ਸਿੱਕਮ ਨੇ। ਵਿੱਚ ਸਪੇਸ ਆਰਗੇਨਾਈਜੇਸ਼ਨ ਇਜ਼ ਗੋਇੰਗ ਟੂ ਲਾਂਚ ਯੂਰਪਾ ਕਲਿਪਰ ਸਪੇਸਕ੍ਰਾਫਟ ਟੂ ਜੁਪੀਟਰ ਫੋਰ ਦਾ ਸਰਚ ਆਫ ਲਾਈਫ। ਕਿਸ ਏਜੰਸੀ ਨੇ ਕਹਿੰਦੇ ਬ੍ਰਹਿਸਪਤੀ ਗ੍ਰਹਿ 'ਤੇ ਜੀਵਨ ਦੀ ਹੋਂਦ ਲਈ ਸੈਟੇਲਾਈਟ ਭੇਜਿਆ ਹੈਗਾ? ਉਹ ਤੋਂ ਸੈਟੇਲਾਈਟ ਪਤਾ ਲੱਗੂ ਕਿ ਬ੍ਰਹਿਸਪਤੀ 'ਤੇ ਜੀਵਨ ਸੰਭਵ ਹੈਗਾ ਆਪਣਾ। ਕਿਹਨੇ ਭੇਜਿਆ ਬੱਚੋ? ਇਹ ਭੇਜਿਆ ਨਾਸਾ ਨੇ। ਠੀਕ ਹੈ ਜੀ, ਨਾਸੀ ਸੈਟੇਲਾਈਟਾਂ ਹੋ ਗਈਆਂ ਜੁਪੀਟਰ ਦੀਆਂ। ਜੁਪੀਟਰ ਨੂੰ ਬ੍ਰਹਿਸਪਤੀ ਕਿਹਾ ਜਾਂਦਾ ਅਤੇ 1998 ਦੇ ਵਿੱਚ ਬਣਾਇਆ ਗਿਆ ਸੀ। ਕੌਣ? ਨਾਸਾ 1998 ਦੇ ਵਿੱਚ 1958 ਦੇ ਵਿੱਚ ਬਣਿਆ ਸੀ। ਵਾਸ਼ਿੰਗਟਨ DC ਦੇ ਵਿੱਚ ਇਹਦਾ ਹੈੱਡਕੁਆਟਰ ਹੈ ਅਤੇ ਬਿਲ ਨੈਨਸਨ ਨਵੇਂ ਚੇਅਰਮੈਨ ਹੈ। ਰੀਸੈਂਟਲੀ JSW ਜੈਗੜ ਪੋਰਟ ਹੈਜ਼ ਬੀਕਮ ਦਾ ਇੰਡੀਆ 'ਚ ਫਸਟ। ਜਿੱਥੇ ਫਸਟ ਆ ਗਿਆ ਤਾਂ ਭੁੱਲਣੀ ਨਹੀਂ। FSRU ਬੇਸਡ LNG ਰਿਸੀਵਿੰਗ ਟਰਮੀਨਲ ਲੋਕੇਟਡ ਵਿਚ ਕੰਟਰੀ। ਇਹ ਕਿਸ ਸ਼ਹਿਰ ਵਿੱਚ ਬਣਿਆ ਪਹਿਲਾ ਪੋਰਟ ਹੈ? ਠੀਕ ਹੈ ਜੀ, ਇਹ ਪਹਿਲਾ ਪੋਰਟ ਬਣਾਇਆ ਗਿਆ ਕਿਹੜਾ? ਬੇਸਡ LNG ਰਿਸੀਵ ਟਰਮੀਨਲ। ਠੀਕ ਹੈ ਜੀ, ਤਾਂ ਕਿੱਥੇ ਬਣਿਆ ਹੈਗਾ? ਤਾਂ ਇਹ ਬਣਿਆ ਆਪਣਾ C ਨੰਬਰ ਆਪਸ਼ਨ ਰਤਨਾਗਿਰੀ। ਰੀਸੈਂਟਲੀ ਵਿੱਚ ਬਿਲਡ ਲਾਈਫ ਸੈਂਚੁਰੀ ਹੋਸਟਡ ਲਾਰਜੈਸਟ ਕੌਂਗਰੀਗੇਸ਼ਨ ਐਂਡ ਡਿਵਰਸਿਟੀ ਆਫ ਵਾਟਰਬਰਡ। ਕਿਸ ਵਣ ਜੀਵ ਨੇ ਜਲ ਪੰਛੀਆਂ ਦੀ ਸਭ ਤੋਂ ਵੱਡੀ ਮੰਡਲੀ ਅਤੇ ਵਿਵਸਥਾ ਦੀ ਮੇਜ਼ਬਾਨੀ ਕੀਤੀ ਹੈ? ਤਾਂ ਇਹ ਕੀਤੀ ਆਪਣੇ ਹਰੀਕੇ। ਠੀਕ ਹੈ ਜੀ, ਸਭ ਤੋਂ ਵੱਧ ਮੰਡਲੀ ਜੇ ਬਸ ਆ ਜਾਓ ਕਿ ਜਿਹੜੀ ਹੋਸਟ ਕੀਤੀ ਹੈ ਸਭ ਤੋਂ ਵੱਡੀ ਲਾਰਜੈਸਟ ਕਿੱਥੇ ਕਰੀਏ ਆਪਾਂ? ਸੈਂਚੁਰੀ ਹਰੀਕੇ ਪੰਜਾਬ 'ਚ ਇਹ। ਰੀਸੈਂਟਲੀ ਇੰਡੀਆ ਗੋਟ 93 ਰੈਂਕ। ਇੰਡੀਆ ਨੇ 93ਵਾਂ ਰੈਂਕ ਪ੍ਰਾਪਤ ਕੀਤਾ ਕਾਹਦੇ ਵਿੱਚ? ਲਿਬਰਲ ਡੈਮੋਗ੍ਰਾਸੀ ਇੰਡੈਕਸ ਦੇ ਵਿੱਚ। ਕਹਿੰਦੇ ਦੱਸੋ ਇਲੈਕਟਰਲ ਡੈਮੋਗ੍ਰਾਸੀ ਇੰਡੈਕਸ ਦੇ ਵਿੱਚ ਕਿੰਨਾ ਸਥਾਨ ਕੀਤਾ ਹੈ? ਆਹ ਲਿਬਰਲ ਹੈ, ਆਹ ਇਲੈਕਟਰਲ ਹੈ। ਠੀਕ ਹੈ ਜੀ, ਕਿੰਨਾ ਰੈਂਕ ਪ੍ਰਾਪਤ ਕੀਤਾ? ਉਹਦੇ ਵਿੱਚ ਇੱਕ 'ਚ 93 ਪ੍ਰਾਪਤ ਕੀਤਾ, ਦੂਜੇ 'ਚ ਕਿੰਨਾ ਕੀਤਾ ਆਪਣਾ 100ਵਾਂ ਰੈਂਕ ਪ੍ਰਾਪਤ ਕੀਤਾ। A ਨੰਬਰ ਆਪਸ਼ਨ। ਠੀਕ ਹੈ, ਬਸ ਇੰਨੀ ਯਾਦ ਕਰ ਲਓ ਅਵਾਰਡਾਂ ਦੇ ਨਾਂ। ਰੀਸੈਂਟਲੀ ਕੋਕਾ ਕੋਲਾ ਪੈਪਸੀ ਐਂਡ ਮੈਕਡੀ ਹੈਜ਼ ਸਸਪੈਂਡਡ ਆਲ ਦੇਅਰ ਸਰਵਿਸ ਇਨ ਵਿਚ ਕੰਟਰੀ। ਕਿਸ ਦੇਸ਼ ਦੇ ਵਿੱਚ ਕੋਕਾ ਕੋਲਾ ਪੈਪਸੀ ਪੀਜ਼ਾ ਹਟ
ਠੀਕ ਹੈ, ਮੈਕਡੀ, ਇਹਨਾਂ ਸਾਰਿਆਂ ਨੇ ਕਹਿਤਾ ਕਿ ਭਾਈ ਅਸੀਂ ਤਾਂ ਇਹਨਾਂ ਨੂੰ ਕੋਈ ਚੀਜ਼ ਨਹੀਂ ਦਿੰਦੇ, ਸਾਡੀਆਂ ਸੇਵਾਵਾਂ ਇੱਥੇ ਖਤਮ ਹੈ। ਤਾਂ ਇਹ ਸੇਵਾਵਾਂ ਕਿੱਥੇ ਖਤਮ ਕਰਤੀਆਂ ਇਹਨਾਂ ਨੇ? ਰਸ਼ੀਆ ਦੇ ਵਿੱਚ ਕਰਤੀਆਂ, ਕਿਉਂਕਿ ਰਸ਼ੀਆ ਨੇ ਯੂਕਰੇਨ 'ਤੇ ਹਮਲਾ ਕੀਤਾ, ਉਹਦੇ ਕਰਕੇ ਸਭ ਤੋਂ ਵੱਧ ਜੇ ਪੁੱਛ ਲਿਆ ਕਿ ਸਭ ਤੋਂ ਵੱਧ ਜਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਉਹ ਕਿਹੜੇ ਦੇਸ਼ 'ਤੇ ਲੱਗੀਆਂ ਹੋਈਆਂ? ਉਹ ਰਸ਼ੀਆ 'ਤੇ ਲੱਗੀਆਂ ਹੋਈਆਂ। ਵਿੱਚ ਟੈਨਿਸ ਪਲੇਅਰ ਵਿਲ ਡੋਨੇਟ ਹਿਜ਼ ਪ੍ਰਾਈਜ਼ ਮਨੀ ਆਫ ਟੈਨਿਸ ਟੂਰਨਾਮੈਂਟ ਫਰੋਮ ਦਾ ਰੈਸਟ ਆਫ ਦਾ ਈਅਰ, ਯੂਨੀਸੈਫ ਇਜ਼ ਯੂਕਰੇਨ ਅਪੀਲ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਉਹ ਟੈਨਿਸ ਖਿਡਾਰੀ ਹੈ, ਠੀਕ ਹੈ ਜੀ, ਟੈਨਿਸ ਖੇਡਦਾ ਹੋ, ਜਿਹਨੇ ਆਪਦੀ ਰੈਸਟ ਆਫ ਈਅਰ ਦੇ ਵਿੱਚ ਜਿਹੜੇ ਹੁਣ ਰੁਪਈਏ ਕਮਾਏ ਆ ਉਹਨੇ, ਉਹ ਸਾਰੇ ਕਹਿੰਦਾ ਯੂਕਰੇਨ ਨੂੰ ਭਾਈ ਮੈਂ ਦਾਨ ਕਰੂੰਗਾ। ਠੀਕ ਹੈ ਜੀ, ਇਹ ਗੱਲ ਕਿਹੜੀ ਨੇ ਕਹੀ ਹੈ? ਇਹ ਗੱਲ ਕਹੀ ਹੈ ਆਪਣੀ ਐਂਡੀ ਮੋਰੇ ਨੇ। ਇਹ ਕਹਿੰਦਾ ਮੈਂ ਆਪਦੀ ਕਮਾਈ ਹੈ ਜਿਹੜੀ ਸਾਲ ਦੀ, ਉਹ ਸਾਰੀ ਯੂਨੀਸੈਫ ਦੁਆਰਾ ਯੂਕਰੇਨ ਨੂੰ ਦਾਨ ਕਰਨ ਦੀ ਬੇਨਤੀ ਕਰਦਾ ਆਪਦੀ। ਵਿੱਚ ਆਰਗੇਨਾਈਜੇਸ਼ਨ ਹੈਜ਼ ਲਾਂਚ, ਕਿਹੜੀ ਆਰਗੇਨਾਈਜੇਸ਼ਨ ਜਿਹਨੇ ਲਾਂਚ ਕੀਤਾ? UPI 123 ਪੇ ਐਂਡ ਡਿਜੀ ਸਾਥੀ ਇੰਟੀਟਿਸ 24x7, ਕਹਿੰਦਾ 24 ਘੰਟੇ 7 ਦਿਨ ਚੱਲੂਗਾ। ਹੈਲਪਲਾਈਨ ਫॉर ਡਿਜੀਟਲ ਪੇਮੈਂਟ, ਡਿਜੀਟਲ ਪੇਮੈਂਟ ਦੀ ਹੈਲਪਲਾਈਨ ਵਾਸਤੇ, ਠੀਕ ਹੈ ਜੀ, ਹੈਲਪਲਾਈਨ ਨੰਬਰ ਜੇ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਇਹ ਕਿਹੜੀ ਆਰਗੇਨਾਈਜੇਸ਼ਨ ਲਾਂਚ ਕੀਤੀ ਹੈ ਚੀਜ਼? ਇਹ ਕੀਤੀ ਹੈ RBI ਨੇ। ਠੀਕ ਹੈ ਜੀ, ਜੇ Paytm ਆ ਸਾਰੀਆਂ ਚੀਜ਼ਾਂ ਇਹ ਨਾ RBI ਦੇ ਅੰਡਰ ਹੀ ਆ ਜਾਂਦੀਆਂ, ਉਦੋਂ ਪਰਮਿਸ਼ਨ ਲੈ ਕੇ ਚੱਲਦੀਆਂ। ਰੀਸੈਂਟਲੀ CDEC ਹੈਜ਼ ਕਮਿਸ਼ਨਡ ਪਰਮ ਗੰਗਾ ਸੁਪਰ ਕੰਪਿਊਟਰ ਇਨ ਵਿੱਚ IIT ਕੈਂਪਸ। ਕਹਿੰਦੇ ਹੁਣੇ ਹੀ CDEC ਹੈ ਜਿਹੜੀ ਕੰਪਨੀ ਹੈ, ਹੈਜ਼ ਕਮਿਸ਼ਨਡ ਪਰਮ ਗੰਗਾ ਸੁਪਰ ਕੰਪਿਊਟਰ ਲਾਂਚ ਕੀਤਾ। ਕਿੱਥੋਂ ਲਾਂਚ ਕੀਤਾ ਇਹਨਾਂ ਨੇ ਇੱਕ ਸੁਪਰ ਕੰਪਿਊਟਰ? ਠੀਕ ਹੈ ਜੀ, ਆਹ ਕੰਪਿਊਟਰ ਦਾ ਨਾਮ ਹੈ, ਪੁੱਛਿਆ ਜਾ ਸਕਦਾ ਕਿ ਪਰਮ ਗੰਗਾ ਸੁਪਰ ਕੰਪਿਊਟਰ ਹੈ ਉਹ ਕਿਹੜੀ IIT ਨੇ ਕੈਂਪਸ ਦੇ ਵਿੱਚੋਂ ਲਾਂਚ ਕੀਤਾ ਗਿਆ ਹੈਗਾ? ਤਾਂ ਇਹ ਲਾਂਚ ਕੀਤਾ ਗਿਆ ਹੈਗਾ IIT ਰੁੜਕੀ। ਵੈਰੀ ਇੰਪੋਰਟੈਂਟ, ਰੀਸੈਂਟਲੀ ਐਟ ਵਿੱਚ ਪਲੇਸ ਇੰਡੀਆ ਦੀ ਲਾਰਜੈਸਟ ਸਲੀਪਿੰਗ ਪੋਸਚਰ ਸਟੈਚੂ ਆਫ ਲਾਰਡ ਬੁੱਧਾ ਇਜ਼ ਬੀਇੰਗ ਬਿਲਟ। ਕਹਿੰਦੇ ਭਗਵਾਨ ਬੁੱਧ ਦੀ ਇੱਕ ਸੁੱਤੀ ਹੋਈ ਮੂਰਤੀ, ਕਹਿੰਦੇ ਸੁੱਤੀ ਹੋਈ ਮੂਰਤੀ ਜਿਹਦੇ ਵਿੱਚ ਭਗਵਾਨ ਸ਼ਿਵ ਕੰਨ ਕੋਲੇ ਹੱਥ ਧਰ ਕੇ, ਜਿਵੇਂ ਆਪਾਂ TV ਦੇਖਦੇ ਹੁੰਦੇ ਇਸ ਤਰ੍ਹਾਂ ਸੁੱਤੇ ਪਏ ਹੈ, ਅਤੇ ਉਹ ਭਾਰਤ ਦੀ ਸਭ ਤੋਂ ਵੱਡੀ ਮੂਰਤੀ ਬਣਾਈ ਗਈ ਹੈ ਮੋਦੀ ਜੀ ਦੁਆਰਾ। ਠੀਕ ਹੈ ਜੀ, ਤਾਂ ਉਹ ਮੂਰਤੀ ਕਿੱਥੇ ਬਣਾਈ ਗਈ ਹੈ? ਉਹ ਬਣਾਈ ਗਈ ਆਪਣੇ ਬੋਧ ਗਿਆ। ਰੀਸੈਂਟਲੀ ਹੂ ਹੈਜ਼ ਬੀਨ ਅਪੁਆਇੰਟਡ, ਕਹਿੰਦੇ ਹੁਣੇ ਹੀ ਅਪੁਆਇੰਟ ਕੀਤਾ ਗਿਆ ਬ੍ਰਾਂਡ ਐਂਬੈਸਡਰ। ਕਿਹਨੂੰ ਕੀਤਾ? ਕਾਹਦਾ ਕੀਤਾ ਗਿਆ ਬ੍ਰਾਂਡ ਐਂਬੈਸਡਰ ਨਿਯੁਕਤ? ਸ਼ਕਤੀ ਕੰਪੇਨ ਦਾ ਆਫ ਫਰਮਾ ਕੰਪਨੀ ਦੁਆਰਾ, ਲੂਪਿਨ ਕੰਪਨੀ ਹੈ ਜਿਹੜੀ, ਉਹਦੇ ਦੁਆਰਾ ਸ਼ਕਤੀ ਕੰਪੇਨ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ। ਕਿਹਨੂੰ ਬਣਾਇਆ ਗਿਆ ਬੱਚੋ? ਇਹ ਬਣਾਇਆ ਗਿਆ ਆਪਣਾ ਮੈਰੀ ਕੌਮ ਨੂੰ। ਠੀਕ ਹੈ ਜੀ, ਇਸ ਤੋਂ ਬਾਅਦ ਰੀਸੈਂਟਲੀ ਔਨ ਵਿਚ ਡੇਟ ਨੋ ਸਮੋਕਿੰਗ ਡੇ ਹੈਜ਼ ਬੀਨ ਓਬਜ਼ਰਵ। ਨੋ ਸਮੋਕਿੰਗ ਡੇ, ਸਮੋਕਿੰਗ ਦਾ ਮਤਲਬ ਜਿਹੜੇ ਸਿਗਰਟ ਪੀਂਦੇ ਆ ਉਹਦੇ ਪਾਬੰਦੀ ਲਾਈ ਗਈ ਹੈ। ਨੋ ਸਮੋਕਿੰਗ ਡੇ ਮਨਾਇਆ ਜਾਂਦਾ ਹੈ ਕਿ ਆਪਾਂ ਨੂੰ ਸਮੋਕਿੰਗ ਨਹੀਂ ਕਰਨੀ ਚਾਹੀਦੀ, ਤਾਂ ਇਹ ਮਨਾਇਆ ਬੱਚੇ ਆਪਾਂ ਨੂੰ 9 ਨੂੰ। ਠੀਕ ਹੈ ਜੀ, 9 ਮਾਰਚ ਨੂੰ। ਥੀਮ ਕੀ ਸੀ ਇਹਦਾ? ਕਿਊਟਿੰਗ ਸਮੋਕਿੰਗ ਡਜ਼ ਨੋਟ ਹੈਵ ਟੂ ਸਟ੍ਰੈਸਫੁਲ। ਰੀਸੈਂਟਲੀ ਵਿਚ ਕੰਟਰੀ ਹੈਜ਼ ਲਾਂਚ ਏ ਮਿਲਟਰੀ ਸੈਟੇਲਾਈਟ ਨੂਰ 2 ਇਨਟੂ ਐਨ ਔਰਬਿਟ। ਕਿਹੜੇ ਦੇਸ਼ ਵਿੱਚ ਇੱਕ ਸੈਨਿਕ ਉਪਗ੍ਰਹਿ ਨੂੰ ਇੱਕ ਔਰਬਿਟ ਵਿੱਚ ਲਾਗੂ ਕੀਤਾ ਗਿਆ ਹੈਗਾ? ਠੀਕ ਹੈ ਜੀ, ਇੱਕ ਮਿਲਟਰੀ ਸੈਟੇਲਾਈਟ ਹੈ ਨੂਰ 2, ਇਹਨੂੰ ਇੱਕ ਔਰਬਿਟ ਵਿੱਚ ਲਾਂਚ ਕੀਤਾ ਗਿਆ ਹੈਗਾ। ਤਾਂ ਕਿਹਨੇ ਕੀਤਾ ਭਾਈ ਔਰਬਿਟ ਦੇ ਵਿੱਚ ਲਾਂਚ? ਤਾਂ ਇਹ ਕੀਤਾ ਆਪਣੇ ਈਰਾਨ ਨੇ। ਰੀਸੈਂਟਲੀ ਹਾਊ ਮੈਨੀ ਵੂਮੈਨ ਆਰ ਕਨਫਰਮ ਵਿਦ ਦਾ ਨਾਰੀ ਸ਼ਕਤੀ ਪੁਰਸਕਾਰ ਫਰੋਮ 2020 ਅਤੇ 2021 ਔਨ ਇੰਟਰਨੈਸ਼ਨਲ ਵੂਮੈਨ ਡੇ। ਇੰਟਰਨੈਸ਼ਨਲ ਵੂਮੈਨ ਡੇ 'ਤੇ ਬੱਚੋ, ਠੀਕ ਹੈ ਜੀ, ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ ਹੈਗਾ, ਜਿਹੜਾ 2020 ਦਾ ਵੀ ਦੇਣ ਵਾਲਾ ਰਹਿੰਦਾ ਸੀ ਕਰੋਨਾ ਕਰਕੇ, ਅਤੇ 2021 ਵਾਲਾ ਦੋਨੇ ਇਕੱਠੇ ਦੇਤੇ। ਕਹਿੰਦੇ ਕੋਲ ਕਿੰਨੇ ਦਿੱਤੇ ਗਏ ਹੈਗੇ ਇਸ ਵਾਰ? ਕਿੰਨੀਆਂ ਔਰਤਾਂ ਨੂੰ ਦਿੱਤੇ ਗਏ ਆ? ਤਾਂ ਇਹ ਦਿੱਤੇ ਗਏ ਭਾਈ ਆਪਣੇ 29 ਔਰਤਾਂ ਨੂੰ। ਠੀਕ ਹੈ ਜੀ, ਰੀਸੈਂਟਲੀ ਐਜ਼ ਪਰ ਰਿਪੋਰਟ ਆਫ ਫਰੀडम ਇਨ ਦਾ ਵਰਲਡ ਇੰਡੀਆ ਹੈਜ਼ ਬੀਨ ਰੈਂਕਡ ਐਸ ਵੱਟ ਇਨ ਟਰਮ ਡੈਮੋਕ੍ਰੇਸੀ ਇਨ ਫਰੀ ਸੋਸਾਇਟੀ। ਕਹਿੰਦੇ ਫਰੀडम ਇਨ ਵਰਲਡ ਦੀ ਰਿਪੋਰਟ ਕੱਢੀ ਹੈ। ਫਰੀडम ਐਂਡ ਵਰਲਡ ਨੇ ਕੀ ਕੱਢੀ ਹੈ ਕਿ ਰਿਪੋਰਟ ਕੱਢੀ ਹੈ ਕਿ ਰਿਪੋਰਟ ਦੇ ਅਨੁਸਾਰ ਲੋਕਤੰਤਰ ਜਿੱਥੇ ਲੋਕ ਆਪਣੀ ਮਰਜ਼ੀ ਨਾਲ ਸਰਕਾਰਾਂ ਚੁਣਦੇ ਆ, ਅਤੇ ਮੁਕਤ ਸਮਾਜ, ਕਹਿੰਦਾ ਮਤਲਬ ਧਾਰਮਿਕ ਮਾਮਲੇ ਨਹੀਂ ਹੈਗੇ ਉੱਥੇ, ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ, ਕੋਈ ਕੁਛ ਵੀ ਕਰ ਸਕਦਾ ਹੈਗਾ। ਤਾਂ ਉਹਦੇ ਅਨੁਸਾਰ ਭਾਰਤ ਨੂੰ ਕਿਹੜੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ? ਉਹਦੇ ਵਿੱਚ ਰੱਖਿਆ ਗਿਆ ਆਪਾਂ ਨੂੰ ਪਾਰਟਲੀ ਫਰੀ ਦੇ ਵਿੱਚ। ਠੀਕ ਹੈ ਨਾ, ਮਤਲਬ ਥੋੜ੍ਹਾ ਮੋਟਾ ਆਪਣੇ ਕੰਮ ਚੱਲਦਾ। ਇਹ 100 ਦੇ ਵਿੱਚੋਂ ਆਪਣਾ ਕਿੰਨਾ ਰੈਂਕ ਆਏਗਾ? 66ਵਾਂ ਰੈਂਕ ਆਏਗਾ, ਗੱਲ ਯਾਦ ਰੱਖਣੀ ਹੈ ਇਹ ਚੀਜ਼ ਦੇ ਵਿੱਚ। ਰੀਸੈਂਟਲੀ ਵਿਚ ਬੈਂਕ ਹੈਜ਼ ਲਾਂਚ ਐਨ ਇੰਟੀਟੇਟਿਵ ਹਾਊਸ ਵਰਕਲੈਸ ਵਰਕ ਟੂ ਗੈਟ ਐਜੂਕੇਟਡ ਵੂਮੈਨ ਬੈਕ ਟੂ ਵਰਕ।
ਸਿੱਖਿਅਤ ਮਹਿਲਾਵਾਂ ਨੂੰ ਕੰਮ ਕਰਨ ਦੇ ਲਈ ਵਾਪਸ ਲਿਆਉਣ ਦੇ ਲਈ ਕਿਸ ਬੈਂਕ ਨੇ ਯੋਜਨਾ ਬਣਾਈ ਹੈ? ਇਹ ਮਤਲਬ ਜਿਹੜੀਆਂ ਔਰਤਾਂ ਹੁਣ ਤੋਂ ਵਿੱਚ ਵਿੱਚ ਬਹੁਤ ਔਰਤਾਂ ਹੁੰਦੀਆਂ ਜਿਹੜੀਆਂ BMA MA PhD ਜਾਂ ਹੋਰ ਵੀ ਬਹੁਤ ਕੁਛ ਕਰਕੇ ਘਰੇ ਬੈਠੀਆਂ ਵਿਚਾਰੀਆਂ, ਠੀਕ ਹੈ। ਤਾਂ ਕਿਉਂਕਿ ਬੰਦਾ ਜਦੋਂ ਬੰਦਾ ਵਿਆਹਿਆ ਵਰਿਆ ਜਾਂਦਾ ਤਾਂ ਉਦੋਂ ਇਹ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ ਕਰਨੀਆਂ ਕਿ ਫੈਮਿਲੀ ਵੀ ਜੁੜ ਜਾਂਦੀ ਹੈ ਨਾਲ। ਤਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਕਿ ਜੇ ਕੋਈ ਔਰਤਾਂ ਦੁਬਾਰੇ ਉਹ ਕੰਮ ਕਰਨਾ ਚਾਹੁੰਦੀਆਂ, ਪੜ੍ਹੀਆਂ ਲਿਖੀਆਂ ਹੈਗੀਆਂ, ਤਾਂ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਇੱਕ ਬੈਂਕ ਨੇ ਯੋਜਨਾ ਬਣਾਈ ਹੈ। ਬੈਂਕ ਨੇ ਕਿਹੜੀ ਯੋਜਨਾ ਬਣਾਈ ਹੈ ਕਿ ਉਹਨੂੰ ਕੰਮ ਦਿੱਤਾ ਜਾਊਗਾ? ਇਹ ਬਣਾਈ ਹੈ ਆਪਣੀ ਐਕਸਿਸ ਬੈਂਕ ਨੇ। ਰੀਸੈਂਟਲੀ ਵਿੱਚ ਇੰਡੀਅਨ ਗ੍ਰੈਂਡ ਮਾਸਟਰ ਬੌਨ, ਕਹਿੰਦੇ ਨਾ ਹੁਣੇ ਇੱਕ ਇੰਡੀਅਨ ਗ੍ਰੈਂਡ ਮਾਸਟਰ ਆਪਣਾ, ਠੀਕ ਹੈ, ਉਹ ਜਿੱਤਿਆ ਹੈਗਾ। ਕੀ ਜਿੱਤਿਆ ਉਹ? ਗ੍ਰੈਂਡ ਸੈਚੀ ਕੈਟੋਲਿਕਾ ਇੰਟਰਨੈਸ਼ਨਲ ਓਪਨ ਚੈਸ ਟੂਰਨਾਮੈਂਟ। ਆਹ ਟੂਰਨਾਮੈਂਟ ਜਿੱਤਿਆ ਉਹਨੇ। ਅਤੇ ਉਹਦਾ ਨਾਮ ਕੀ ਹੈ? ਕਹਿੰਦੇ ਉਹਦਾ ਨਾਮ ਹੈਗਾ ਆਪਣਾ A ਨੰਬਰ ਆਪਸ਼ਨ SL ਨਰਾਇਣਨ। ਇਹ ਕੇਰਲਾ ਤੋਂ ਹੈ। ਰੀਸੈਂਟਲੀ ਵਿੱਚ ਪ੍ਰੋਗਰਾਮ ਇਜ਼ ਲਾਂਚ ਬਾਏ ਦਾ MO ਕਲਚਰ ਅਤੇ MO ਟੈਕਸਟਾਈਲ ਟੂ ਸੈਲੀਬਰੇਟ ਟਰੈਡੀਸ਼ਨਲ ਇੰਡੀਅਨ ਹੈਂਡਕ੍ਰਾਫਟ ਹੈਂਡਲੂਮ ਆਰਟ ਐਂਡ ਕਲਚਰ, ਠੀਕ ਹੈ ਜੀ। ਕਹਿੰਦੇ ਇਹਨਾਂ ਦੇ ਵਿੱਚੋਂ ਮਿਨਿਸਟਰੀ ਆਫ ਟੈਕਸਟਾਈਲ, ਮਿਨਿਸਟਰੀ ਆਫ ਕਲਚਰ, ਉਹਨਾਂ ਦੁਆਰਾ ਕਿਹੜਾ ਇੱਕ ਪ੍ਰੋਗਰਾਮ ਲਾਂਚ ਕੀਤਾ ਗਿਆ ਜਿਹੜਾ ਆਪਣੇ ਕਲਾ, ਠੀਕ ਹੈ, ਆਪਣੇ ਸੱਭਿਆਚਾਰ, ਆਪਾਂ ਜਿਹੜਾ ਬੁਣਦੇ ਹਾਂ, ਚੀਜ਼ਾਂ ਬਣਾਉਂਦੇ ਹਾਂ ਆਪਣੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਚੀਜ਼ਾਂ ਬਣਦੀਆਂ, ਉਹਨਾਂ ਦੀ ਸਾਰੀ ਸੰਸਕ੍ਰਿਤੀ ਬਾਰੇ ਦੱਸੂਗਾ। ਪ੍ਰੋਗਰਾਮ ਦਾ ਨਾਮ ਕੀ ਹੈ? ਉਹਦਾ ਨਾਮ ਹੈਗਾ ਬੱਚੇ ਉਹ ਝਰੋਖਾ। B ਨੰਬਰ ਆਪਸ਼ਨ, ਠੀਕ ਹੈ ਜੀ, B ਨੰਬਰ ਆਪਸ਼ਨ ਝਰੋਖਾ। ਰੀਸੈਂਟਲੀ ਪੋਲ ਵੋਇਲਟ ਜਾਂ ਜੰਪ ਪਲੇਅਰ ਅਰਮਾਂਡ ਡੁਪਲੈਂਸ ਮੇਡ ਏ ਵਰਲਡ ਰਿਕਾਰਡ ਬਾਈ ਕਲੀਅਰਿੰਗ ਹਾਊ ਮੱਚ ਡਿਸਟੈਂਸ। ਪੋਲ ਵਾਇਲੈਂਟ ਜਾਂ ਜੰਪ ਖਿਡਾਰੀ, ਕੀ ਨਾਮ ਉਹਦਾ? ਆਰਮੰਡ ਡੁਪਲੈਂਸ ਨੇ ਕਿੰਨੀ ਦੂਰੀ ਤੈਅ ਕਰਕੇ ਵਰਲਡ ਰਿਕਾਰਡ ਬਣਾਇਆ। ਡਾਂਗ ਜੀ 'ਤੇ ਹੀ ਛਾਲ ਮਾਰ ਕੇ ਪਰਲੇ ਪਾਸੇ ਟੱਪ ਜਾਂਦੇ ਹੁੰਦੇ, ਤਾਂ ਉਹ ਰਿਕਾਰਡ ਬਣਾਇਆ ਹੈਗਾ। ਉਹ ਰਿਕਾਰਡ ਕਿੰਨਾ ਬਣਾਇਆ? ਇਹ ਬਣਾਇਆ ਬਾਈ ਆਪਣੀ B ਨੰਬਰ ਆਪਸ਼ਨ 6.19 ਮੀਟਰ ਤੱਕ ਬੱਚੇ, ਠੀਕ ਹੈ। ਰੀਸੈਂਟਲੀ ਵਿਚ ਕੰਟਰੀ ਵਿਲ ਹੋਸਟ G7 ਐਗਰੀਕਲਚਰ ਮਿਨਿਸਟਰੀ ਮੀਟਿੰਗ ਵਰਚੁਅਲੀ। ਕਹਿੰਦੇ ਕਿਹੜੇ ਦੇਸ਼ ਦੇ ਵਿੱਚ, ਠੀਕ ਹੈ, G7 ਦੀ ਮੀਟਿੰਗ ਹੋਈ ਹੈ, ਖੇਤੀ ਮੰਤਰੀਆਂ ਦੀ ਬੈਠਕ ਹੋਈ ਹੈ। ਕਿਹੜਾ ਦੇਸ਼ ਇਹਦੀ ਮੇਜ਼ਬਾਨੀ ਕਰੇਗਾ? ਹੋਈ ਨਹੀਂ ਜੀ। ਕਿਹੜਾ ਕਰੂਗਾ ਮੇਜ਼ਬਾਨੀ? ਜਰਮਨੀ ਕਰੂਗਾ। ਜਰਮਨੀ ਦਾ ਤਾਂ ਨਹੀਂ ਹੈਗੀ, ਬਰਲਿਨ, ਇਸ ਨੂੰ ਕਰਵਾ ਕੇ ਗਿਆ ਹੋਇਆ। ਰੀਸੈਂਟਲੀ ਵਿੱਚ ਸਟੇਟ ਗਵਰਨਮੈਂਟ ਹੈਜ਼ ਸਟਾਰਟ ਜਾਂ ਲਾਂਚ ਮਾਤਰੂ ਸ਼ਕਤੀ ਉਦਯਮਿਤਾ ਸਕੀਮ। ਇਹ ਸਕੀਮ ਕਿਸ ਰਾਜ ਦੇ ਵਿੱਚ ਸ਼ੁਰੂ ਕੀਤੀ ਗਈ ਹੈ? ਤਾਂ ਇਹ ਸ਼ੁਰੂ ਕੀਤੀ ਗਈ ਹੈ ਆਪਣੀ ਹਰਿਆਣਾ ਦੇ ਵਿੱਚ, ਠੀਕ ਹੈ ਜੀ। ਰੀਸੈਂਟਲੀ ਵਿੱਚ ਸਟੇਟ ਗਵਰਨਮੈਂਟ ਹੈਜ਼ ਲਾਂਚ, ਠੀਕ ਹੈ ਜੀ। ਰੀਸੈਂਟਲੀ ਹੁਣੇ ਹੀ ਵਿੱਚ ਸਟੇਟ ਗਵਰਨਮੈਂਟ ਹੈਜ਼ ਲਾਂਚ ਕੁਸ਼ਲਿਆ ਮਾਤ੍ਰਿਤਵਾ ਯੋਜਨਾ, ਠੀਕ ਹੈ ਜੀ। ਕੁਸ਼ਲਿਆ ਮਾਤ੍ਰਿਤਵਾ ਯੋਜਨਾ ਇਹ ਕਿਹੜੀ ਸਟੇਟ ਗਵਰਨਮੈਂਟ ਨੇ ਲਾਂਚ ਕੀਤੀ ਹੈ? ਇਹ ਕੀਤੀ ਆਪਣੀ ਛੱਤੀਸਗੜ੍ਹ ਨੇ। ਕੋਈ ਵੀ ਸਕੀਮ ਲਾਂਚ ਹੁੰਦੀ ਹੈ ਇੱਕ ਵਾਰੀ ਨਿਗਾਹ ਥਾਂ ਹੀ ਕੱਢ ਲਓ, ਬਹੁਤ ਇੰਪੋਰਟੈਂਟ ਹੈਗਾ। ਕਿਸ ਬੈਂਕ ਨੇ ਲਕਸ਼ਮੀ ਫੋਰ ਲਕਸ਼ਮੀ ਪ੍ਰੋਗਰਾਮ ਲਾਗੂ ਕੀਤਾ ਹੈਗਾ? HDFC ਮਿਊਚੁਅਲ ਫੰਡ ਨੇ। ਰੀਸੈਂਟਲੀ ਵਿਚ ਕੰਟਰੀ ਹੈਜ਼ ਬੀਕਮ ਮੋਸਟ ਸੈਨੀਟੇਸ਼ਨਲ ਕੰਟਰੀ 2022 ਇਨ ਦਾ ਵਰਲਡ। ਇਹਨਾਂ ਵਿੱਚੋਂ ਕਿਹੜਾ ਦੇਸ਼ ਹੈ ਜਿਹਦੇ ਬਹੁਤ ਸਾਰੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਪਾਬੰਦੀਆਂ ਲੱਗੀਆਂ? ਤਾਂ ਇਹ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਪਾਬੰਦੀਆਂ ਜਿਹੜੀਆਂ ਲੱਗੀਆਂ ਉਹ ਲੱਗੀਆਂ ਬੱਚਿਓ ਰਸ਼ੀਆ 'ਤੇ। ਰੀਸੈਂਟਲੀ ਹੂ ਹੈਜ਼ ਬੀਨ ਸਿਲੈਕਟਡ ਐਸ, ਹੁਣੇ ਦੱਸੋ ਇਹਨਾਂ ਦੇ ਵਿੱਚੋਂ ਕਮਾਂਡੈਂਟ ਆਫ ਇੰਡੀਆ ਏਅਰ ਫੋਰਸ ਅਕੈਡਮੀ 2022 ਕਿਸ ਨੂੰ ਚੁਣਿਆ ਗਿਆ ਹੈਗਾ? ਠੀਕ ਹੈ ਜੀ, ਇਹ ਚੁਣਿਆ ਗਿਆ ਆਪਣੇ A ਨੰਬਰ ਆਪਸ਼ਨ ਨੂੰ, ਏਅਰ ਮਾਰਸ਼ਲ B ਚੰਦਰਾ ਸ਼ੇਖਰ। ਰੀਸੈਂਟਲੀ ਇਨ ਵਿਚ ਸਿਟੀ, ਹੁਣੇ ਇਨ ਵਿਚ ਸਿਟੀ 3rd ਐਡੀਸ਼ਨ ਹੋਇਆ ਬੱਚਿਓ ਆਫ ਕਾਹਦਾ? ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦਾ ਹੈਜ਼ ਬੀਨ ਆਰਗੇਨਾਈਜੇਸ਼ਨ। ਕਿਸ ਸ਼ਹਿਰ ਦੇ ਵਿੱਚ NYPF ਦਾ ਤੀਜਾ ਸੰਸਕਰਨ ਹੋਇਆ? ਠੀਕ ਹੈ ਜੀ, ਤਾਂ ਇਹ ਹੋਇਆ ਬੱਚਿਓ ਆਪਣਾ ਦਿੱਲੀ ਦੇ ਵਿੱਚ। ਰੀਸੈਂਟਲੀ ਵਿਚ ਸਟੇਟ ਗਵਰਨਮੈਂਟ ਹੈਜ਼ ਇਨੋਗ੍ਰੇਟਡ ਇੰਡੀਆ ਦੀ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਪੁਆਇੰਟ। ਕਿਸ ਰਾਜ ਸਰਕਾਰ ਨੇ ਭਾਰਤ ਦੇ ਵਿੱਚ ਸਭ ਤੋਂ ਵੱਡਾ ਤੈਰਦਾ ਹੋਇਆ ਅਸਥਾਈ ਊਰਜਾ ਪਰਿਯੋਜਨਾ ਦਾ ਉਦਘਾਟਨ ਕੀਤਾ ਹੈਗਾ? ਫਲੋਟਿੰਗ ਸੋਲਰ ਪੁਆਇੰਟ ਗਵਰਨਮੈਂਟ ਇੰਡੀਆ ਦੀ ਲਾਰਜੈਸਟ, ਭਾਰਤ ਦਾ ਸਭ ਤੋਂ ਵੱਡਾ। ਤਾਂ ਜਿੱਥੇ ਭਾਰਤ ਦਾ ਸਭ ਤੋਂ ਵੱਡਾ ਕੋਈ ਵੀ ਚੀਜ਼ ਹੈਗੀ ਪਹਿਲੀ ਉਹ ਤਾਂ ਤੁਹਾਨੂੰ ਪਤਾ ਹੀ ਹੈਗੀ, ਤਾਂ ਉਹਦਾ ਪੇਪਰ ਵਿੱਚ ਆਉਣ ਦੇ ਚਾਂਸ ਹੁੰਦਾ ਤਾਮਿਲਨਾਡੂ।
ਰੀਸੈਂਟਲੀ ਵਾਰਡ ਕਿਡਨੀ ਡੇ, ਕਿਡਨੀਆਂ ਕਿੰਨੀਆਂ ਹੁੰਦੀਆਂ ਬੱਚੇ ਆਪਣੇ? 2 ਹੁੰਦੀਆਂ, 140 ਗ੍ਰਾਮ ਭਾਰ ਹੁੰਦਾ ਇਹਨਾਂ ਦਾ, ਠੀਕ ਹੈ ਜੀ। ਅਤੇ ਨੈਫਰੋਨ ਇਹਦੀ ਇਕਾਈ ਹੁੰਦੀ ਹੈ। ਜਿਹੜੀ ਕਿਡਨੀ ਬਾਰੇ ਡਿਟੇਲ ਦੇ ਵਿੱਚ ਪੜ੍ਹਨਾ ਗਾ ਤਾਂ ਆਪਣੇ ਸਾਇੰਸ ਦੇ ਲੈਕਚਰ ਲੱਗੇ ਹੋਏ YouTube 'ਤੇ, ਉੱਥੋਂ ਵੀ ਲਾ ਸਕਦੇ ਹੋ, ਠੀਕ ਹੈ ਜੀ। ਥੀਮ ਕਿਡਨੀ ਹੈਲਥ ਫੋਰ ਆਲ। ਜੇ ਕੋਈ ਬੱਚਾ, ਠੀਕ ਹੈ ਜੀ, ਆਪਣਾ ਬੈਚ ਜੁਆਇਨ ਕਰਨਾ ਚਾਹੁੰਦਾ ਗਾ ਪੰਜਾਬ ਪੁਲਿਸ ਦਾ ਜਾਂ FCI ਦਾ, ਤਾਂ ਉਹ ਆਪਣੀ ਐਪ 'ਤੇ ਜਾ ਸਕਦਾ। ਆਪਣੀ ਐਪ ਦਾ ਨਾਮ ਹੈਗਾ ਗਾ ਦੀਪ ਭੁੱਲਰ ਐਜੂਕੇਸ਼ਨ ਅਰਾ। ਜਿਹੜੇ ਬੱਚਿਆਂ ਕੋਲ ਆਈਫੋਨ ਹੈ ਉਹ ਕਲਾਸ ਪਲੱਸ ਐਪ ਡਾਊਨਲੋਡ ਕਰ ਸਕਦੇ, ਅਤੇ ਉਹਨਾਂ ਦਾ ORG ਕੋਡ ਹੈਗਾ XXRAM, ਠੀਕ ਹੈ ਜੀ। ਜੇ ਕੋਈ ਬੱਚਾ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਚਾਹੁੰਦਾ, ਇੰਸਟਾਗ੍ਰਾਮ 'ਤੇ ਵੀ ਆਪਣੀ ਆਈਡੀ ਹੈਗੀ ਹੈ ਭੁੱਲਰ 3518, ਠੀਕ ਹੈ ਜੀ। ਕਿਡਨੀ ਬਾਰੇ ਤੁਹਾਨੂੰ ਦੱਸਤਾ। 10 ਮਾਰਚ ਨੂੰ ਮਨਾਇਆ ਜਾਂਦਾ ਕਿਡਨੀ ਡੇ। ਕਿਡਨੀ ਦਾ ਥੀਮ ਜ਼ਰੂਰ ਯਾਦ ਰੱਖ ਲਿਓ, ਕਿਡਨੀ ਹੈਲਥ ਫੋਰ ਆਲ। ਰੀਸੈਂਟਲੀ ਰਫੀਕ ਤਰਾਰ ਪਾਤੜਵੇ ਦਾ ਮਤਲਬ ਕਿ ਡੈਥ ਹੋ ਗਈ ਇਹਨਾਂ ਦੀ। ਹੀ ਵਾਜ ਦਾ ਫਾਰਮਰ, ਇਹ ਪਹਿਲਾਂ ਰਾਸ਼ਟਰਪਤੀ ਰਹਿ ਚੁੱਕੇ ਆ। ਕਿਹੜੀ ਕੰਟਰੀ ਦੇ ਰਹਿ ਚੁੱਕੇ ਆ ਇਹ ਪਾਕਿਸਤਾਨ ਦੇ ਰਹਿ ਚੁੱਕੇ ਆ ਬੱਚੋ, ਪਹਿਲਾਂ ਰਾਸ਼ਟਰਪਤੀ। ਰੀਸੈਂਟਲੀ ਹੂ ਰਿਲੀਜ਼, ਕਹਿੰਦੇ ਹੁਣੇ ਹੋਈ ਕਿਸੇ ਦੀ ਆਟੋਬਾਇਓਗ੍ਰਾਫੀ ਲਾਂਚ ਕੀਤੀ ਗਈ ਹੈ। ਕਿਹਦੀ? ਰਤਨ ਸ਼ੈਟੀ ਦੀ। ਕੀ ਨਾਮ ਹੈ ਇਹਦਾ? ਔਨ ਬੋਰਡ ਮਾਈ ਈਅਰ ਇਨ BCCI। ਤਾਂ ਕਿਹਨੇ ਰਿਲੀਜ਼ ਕਰੀ ਹੈ ਬੱਚੋ ਨਾਲ? ਤਾਂ ਇਹ ਰਿਲੀਜ਼ ਕੀਤੀ ਹੈ ਸ਼ਰਦ ਪਵਾਰ ਨੇ। ਕਿਹਦੀ ਆਟੋਬਾਇਓਗ੍ਰਾਫੀ ਹੈ? ਰਤਨਾਕਰ ਸ਼ੈਟੀ ਦੀ। ਸੇਬੀ ਦੇ ਨਵੇਂ ਮੈਂਬਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈਗਾ? ਰੀਸੈਂਟਲੀ ਹੂ ਹੈਜ਼ ਬੀਨ ਅਪੁਆਇੰਟਡ ਹੋਲ ਟਾਈਮ ਮੈਂਬਰ। ਹੋਲ ਟਾਈਮ ਮੈਂਬਰ ਯਾਦ ਰੱਖਣਾ। ਹੋਲ ਟਾਈਮ ਮੈਂਬਰ ਸੇਬੀ ਦਾ ਕਿਹਨੂੰ ਨਿਯੁਕਤ ਕੀਤਾ ਗਿਆ ਬੱਚਿਓ? ਤਾਂ ਇਹ ਨਿਯੁਕਤ ਕੀਤਾ ਗਿਆ ਆਪਾਂ ਨੇ ਅਸ਼ਵਨੀ ਭਾਟੀਆ, ਅਤੇ ਸੇਬੀ ਦੀ ਫੁੱਲ ਫਾਰਮ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਰੀਸੈਂਟਲੀ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚ, ਕਹਿੰਦੇ ਹੁਣੇ ਕਿਹੜੀ ਸਟੇਟ ਗਵਰਨਮੈਂਟ ਨੇ ਵੂਮੈਨ ਐਟ ਦਾ ਰੇਟ ਵਰਕ ਪ੍ਰੋਗਰਾਮ ਸ਼ੁਰੂ ਕੀਤਾ ਗਾ, ਠੀਕ ਹੈ। ਇਹ ਸ਼ੁਰੂ ਕੀਤਾ ਆਪਣਾ B ਨੰਬਰ ਆਪਸ਼ਨ ਕਰਨਾਟਕਾ ਨੇ। ਰੀਸੈਂਟਲੀ, ਠੀਕ ਹੈ ਜੀ, ਔਨ ਵਿਚ ਡੇਟ CIF, ਠੀਕ ਹੈ ਜੀ, CIF ਰੇਜ਼ਿੰਗ ਡੇ ਹੈਜ਼ ਬੀਨ ਓਬਜ਼ਰਵ। ਇਹ ਕਹਿੰਦੇ ਦਿਨ ਆ ਜਿਹੜਾ CISF, ਠੀਕ ਹੈ ਜੀ, ਇਹ ਰੇਜ਼ਿੰਗ ਡੇ ਕਦੋਂ ਮਨਾਇਆ ਜਾਂਦਾ ਹੈਗਾ? ਤਾਂ ਇਹ ਮਨਾਇਆ ਜਾਂਦਾ ਬੱਚਿਓ 10 ਮਾਰਚ ਨੂੰ, ਠੀਕ ਹੈ। ਆਪਸ਼ਨ ਗਲਤ ਆ, 10 ਮਾਰਚ ਨੂੰ ਮਨਾਇਆ ਜਾਂਦਾ ਇਹ ਡੇ, ਠੀਕ ਹੈ ਜੀ। CIS ਦੀ ਫੁੱਲ ਫਾਰਮ ਹੈਗੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ। ਇਹ ਗੱਲ ਯਾਦ ਰੱਖਿਓ, 1969 ਦੇ ਵਿੱਚ ਬਣੀ ਸੀ CISF। ਰੀਸੈਂਟਲੀ ਵਿੱਚ ਸਟੇਟ ਗੋਟ ਫਸਟ ਰੈਂਕ, ਕਹਿੰਦੇ ਕਿਹੜੀ ਇੰਡੀਆ ਦੀ ਸਟੇਟ ਹੈ ਜਿਹਨੇ ਫਸਟ ਰੈਂਕ ਪ੍ਰਾਪਤ ਕੀਤਾ? ਕਾਹਦੇ ਵਿੱਚ? ਸਕੌਚ ਗਵਰਨਰਸ ਰਿਪੋਰਟ ਕਾਰਡ ਫਰੋਮ 2021, ਠੀਕ ਹੈ ਜੀ। ਸਕੌਚ ਗਵਰਨਰਸ ਰਿਪੋਰਟ ਕਾਰਡ 2021 ਵਿੱਚ ਕਿਸ ਰਾਜ ਨੂੰ ਪਹਿਲ ਦਿੱਤੀ ਗਈ ਹੈ? ਸਭ ਤੋਂ ਪਹਿਲ ਨੰਬਰ 'ਤੇ ਕਿਹੜਾ ਰਾਜ ਆਇਆ ਹੈਗਾ? ਆਂਧਰਾ ਪ੍ਰਦੇਸ਼। ਰੀਸੈਂਟਲੀ ਜੋਨ ਸਕ ਜਿਓਲ ਹੈਜ਼ ਬੀਨ ਇਲੈਕਟਡ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਇਹਨਾਂ ਨੂੰ ਕਿਹੜੇ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ? ਵੈਰੀ ਇੰਪੋਰਟੈਂਟ ਹੈ। ਅਤੇ ਇਹਨੂੰ ਚੁਣਿਆ ਗਿਆ ਆਪਣਾ ਸਾਊਥ ਕੋਰੀਆ ਦਾ ਚੁਣਿਆ ਗਿਆ ਹੈਗਾ, ਠੀਕ ਹੈ ਬੱਚਿਓ। ਰੀਸੈਂਟਲੀ ਰਿਜਵਾਨਾ ਹਸਨ ਹੈਜ਼ ਬੀਨ ਇਲੈਕਟਡ ਫॉर US ਇੰਟਰਨੈਸ਼ਨਲ ਵੂਮੈਨ ਆਫ ਕੋਰੇਜ ਅਵਾਰਡ 2022। ਸ਼ੀ ਬਿਲੋਂਗ ਟੂ ਵਿਚ ਕੰਟਰੀ? ਰਿਜਵਾਨਾ ਹਸਨ ਨੂੰ ਅਵਾਰਡ ਮਿਲਿਆ ਹੈ, ਇਹ ਕਿਸ ਦੇਸ਼ ਨਾਲ ਸੰਬੰਧਿਤ ਹੈ? ਪਹਿਲੀ ਗੱਲ ਤੁਹਾਨੂੰ ਦੱਸੋ ਕਿ ਅਵਾਰਡ ਮਿਲਿਆ ਕਿਹੜਾ? ਇਹਨਾਂ ਨੂੰ ਅਵਾਰਡ ਮਿਲਿਆ US ਇੰਟਰਨੈਸ਼ਨਲ ਵੂਮੈਨ ਆਫ ਕੋਰੇਜ ਅਵਾਰਡ 2022 ਮਿਲਿਆ, ਠੀਕ ਹੈ ਜੀ। ਇਹ ਕਿਹੜੀ ਕੰਟਰੀ ਨਾਲ ਸੰਬੰਧਿਤ ਹੈ? ਕੌਣ? ਰਿਜਵਾਨਾ ਹਸਨ, ਬੰਗਲਾਦੇਸ਼। ਢਾਕਾ ਰਾਜਧਾਨੀ ਹੈ, ਟਕਾ ਇੱਥੋਂ ਦੀ ਕਰੰਸੀ ਹੈ। ਕਿਤੋਂ ਅਲੱਗ ਹੋ ਕੇ ਬਣਿਆ? ਬੰਗਲਾਦੇਸ਼, ਪਾਕਿਸਤਾਨ ਤੋਂ। ਰੀਸੈਂਟਲੀ ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ ਵੈਨ ਦਾ ਐਥਲੀਟ ਆਫ ਵਿਚ ਕੰਟਰੀ ਫਰੋਮ ਬੀਜਿੰਗ ਵਿੰਟਰ ਪੈਰਾਲੰਪਿਕ। ਜਿਹੜੀਆਂ ਕਹਿੰਦੇ ਬੀਜਿੰਗ ਵਿੰਟਰ ਪੈਰਾਲੰਪਿਕਸ ਹੋਣੀਆਂ ਹੈਗੀਆਂ, ਉਹਨਾਂ ਦੇ ਵਿੱਚ ਕਿਹੜੇ ਦੇਸ਼ ਦੇ ਐਥਲੀਟਾਂ ਨੂੰ ਕਹਿੰਦੇ ਬੈਨ ਕਰਤਾ, ਉਹਨਾਂ 'ਤੇ ਪਾਬੰਦੀ ਲਾਤੀ? ਤਾਂ ਰਸ਼ੀਆ, ਬੇਲਾਰੂਸ ਕੇ ਬਹੁਤ ਦੋਨਾਂ 'ਤੇ ਲਾਤੀ। ਬੇਲਾਰੂਸ 'ਤੇ ਵੀ ਲਾਤੀ, ਰਸ਼ੀਆ 'ਤੇ ਵੀ ਲਾਤੀ, ਕਿਉਂਕਿ ਬੇਲਾਰੂਸ ਵੀ ਰਸ਼ੀਆ ਦੇ ਨਾਲ ਹੈ। ਇਹਨਾਂ ਨੇ ਫੁੱਲ ਮਦਦ ਕੀਤੀ ਹੈ ਰਸ਼ੀਆ ਦੀ, ਠੀਕ ਹੈ ਜੀ, ਤਾਂ ਕਰਕੇ ਇਹਨਾਂ 'ਤੇ ਵੀ ਪਾਬੰਦੀ ਨਾਲ ਹੀ ਲਾਤੀ ਇਹਨਾਂ ਨੇ। ਤਾਂ ਇਹਦੇ ਨਾਲ ਆਪਣੇ ਕਰੰਟ ਅਫੇਅਰ ਨਿਬੜ ਗਏ ਬੱਚਿਓ। ਇਹ ਨਿਬੜਿਆ 9 ਤੋਂ ਲੈ ਕੇ 12 ਮਾਰਚ ਤੱਕ, ਠੀਕ ਹੈ। PDF ਤੁਹਾਨੂੰ ਪ੍ਰੋਵਾਈਡ ਕਰਤਾ, ਇੱਕ ਵਾਰੀ ਵੀਡੀਓ ਦੇਖਣੀ ਦੇਖ ਲਿਓ।
ਇਹਦੀ PDF ਤੋਂ ਰੀਡ ਕਰ ਹੀ ਲਿਓ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।